ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਦੇ ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਸਾਡਾ ਵਿਸ਼ਾ ਹੈ ਵਾਤਾਵਰਨ। ਵਾਤਾਵਰਨ ਨੂੰ ਲੈ ਕੇ ਅਸੀਂ ਬੜੇ ਚਿੰਤਤ ਹਾਂ ਇੰਨੀ ਦਿਨੀ ਕਿ ਗਰਮੀ ਜਿਹੜੀ ਆ ਉਹ ਬੜੀ ਵੱਧ ਰਹੀ ਆ, ਬਾਰਿਸ਼ਾਂ ਜਿਹੜੀਆਂ ਆ ਉਹ ਘੱਟ ਹੋ ਰਹੀਆਂ ਨੇ, ਪਰ ਅਸੀਂ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਜਿਹੜੀ ਆ ਉਹ ਨਹੀਂ ਮਾਰ ਰਹੇ ਕਿ ਵਾਕਿਆ ਅਸੀਂ ਵਾਤਾਵਰਨ ਵਾਸਤੇ ਕੀ ਕੁਛ ਕਰ ਰਹੇ ਹਾਂ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਡਾਕਟਰ SS ਦੀਪਤੀ ਹੋਰਾਂ ਦੇ ਨਾਲ ਵਾਤਾਵਰਨ ਦੇ ਉੱਤੇ ਚਰਚਾ ਕਰਾਂਗੇ ਅਤੇ ਕੁਝ ਗੱਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਵਾਤਾਵਰਨ ਜਿਹੜਾ ਆ ਉਸ ਨੂੰ ਠੀਕ ਕੀਤਾ ਜਾ ਸਕਦਾ ਆ, ਕਿਵੇਂ ਜਿਹੜਾ ਵਾਤਾਵਰਨ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਆ ਉਸ ਨੂੰ ਕੰਟਰੋਲ ਦੇ ਵਿੱਚ ਜਿਹੜਾ ਆ ਉਹ ਕੀਤਾ ਜਾਵੇ ਕਿ ਕਿਵੇਂ ਸਾਰਾ ਕੁਛ ਜਿਹੜਾ ਆ ਉਹ ਸਹੀ ਹੋ ਸਕੇ। ਸੋ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਵਾਤਾਵਰਨ ਨੂੰ ਲੈ ਕੇ ਇਸ ਵੇਲੇ ਬੜੀ ਚਿੰਤਾ ਦੇ ਵਿੱਚ ਹਾਂ ਅਸੀਂ ਕਿ ਇਸ ਵਾਰ ਦੀ ਗੱਲ ਕਰੀਏ ਤਾਂ ਗਰਮੀ ਇੰਨੀ ਜ਼ਿਆਦਾ ਜਿਹੜੀ ਆ ਉਹ ਰਹੀ ਆ, ਅਤੇ ਵਾਤਾਵਰਨ ਦੀ ਸਭ ਤੋਂ ਪਹਿਲਾ ਸਵਾਲ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਵਾਤਾਵਰਨ ਦੇ ਵਿੱਚ ਆਉਂਦੀਆਂ ਨੇ ਜਿਹਨੂੰ ਅਸੀਂ ਉਹਦੇ ਨਾਲ ਜੋੜ ਸਕਦੇ ਹਾਂ। ਦੇਖੋ, ਵਾਤਾਵਰਨ ਦਾ ਮਤਲਬ ਪੰਜਾਬੀ 'ਚ ਕਹੀਏ ਤਾਂ ਸਾਡਾ ਆਲਾ ਦੁਆਲਾ, ਤੇ ਸਾਡੇ ਆਲੇ ਦੁਆਲੇ ਜੋ ਕੁਛ ਵੀ ਹੈ ਉਹ ਸਾਰਾ ਕੁਛ ਉਸ ਦੇ ਵਿੱਚ ਆਉਂਦਾ ਹੈ। ਹਾਂਜੀ। ਅਤੇ ਜੇ ਤੁਸੀਂ ਕਹੇ ਕਿ ਵਾਤਾਵਰਨ ਪ੍ਰਤੀ ਚਿੰਤਾ ਦੀ ਗੱਲ ਹੈਗੀ ਹੈ, ਦਰਅਸਲ ਇੱਕ ਮਨੁੱਖੀ ਸੁਭਾਅ ਹੀ ਬਣ ਗਿਆ ਹੈਗਾ ਕਿ ਅਸੀਂ ਚਿੰਤਾ ਉਦੋਂ ਕਰਦੇ ਹਾਂ ਜਦੋਂ ਸਿਰ 'ਤੇ ਪੈ ਜਾਂਦੀ ਹੈ। ਜੀ ਬਿਲਕੁਲ। ਜੇ ਵਾਤਾਵਰਨ ਦੀ ਗੱਲ ਹੈਗੀ ਹੈ ਤਾਂ ਇਹ ਲਗਭਗ 50 ਸਾਲ ਹੀ ਹੋਏ ਨੇ ਜਦੋਂ UN ਨੇ ਮਤਲਬ ਕਿ ਇਸ ਨੂੰ ਇੱਕ ਮੁੱਦਾ ਸਮਝਿਆ। ਹਾਂਜੀ। ਜਦੋਂ ਕਿ 50 ਸਾਲ ਦੀ ਗੱਲ ਮਤਲਬ ਕਿ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੈਗਾ ਜਦੋਂ ਕਿ ਇਸ ਵਿਸ਼ੇ ਨੂੰ ਲੈ ਕੇ ਆਪਾਂ ਜੇ ਗੱਲ ਕਰੀਏ, ਵਾਤਾਵਰਨ ਜਿਹੜਾ ਸਾਡੇ ਉੱਤੇ ਪ੍ਰਭਾਵ ਪਾ ਰਿਹਾ ਸੀਗਾ ਇਹ ਬੜੇ ਲੰਮੇ ਸਮੇਂ ਤੋਂ ਪਾ ਰਿਹਾ ਹੈਗਾ। ਆਪਾਂ ਕਹਿ ਸਕਦੇ ਆਪਣੀ ਪੰਜਾਬ ਦੀ ਧਰਤੀ 'ਤੇ ਹੀ ਮਤਲਬ ਕਿ ਇੱਥੇ ਅੰਮ੍ਰਿਤਸਰ ਦੇ ਜੀ ਖਾਸ ਤੌਰ 'ਤੇ ਭਗਤ ਪੂਰਨ ਸਿੰਘ ਹੋਰਾਂ ਨੇ ਇਹ ਗੱਲ 100 ਸਾਲ ਪਹਿਲਾਂ ਮਤਲਬ ਕਿ 1927 ਦੇ ਵਿੱਚ ਲਗਭਗ ਇਹ ਉਠਾਈ ਸੀਗੀ ਵੀ ਸਾਨੂੰ ਵਾਤਾਵਰਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਅਤੇ UN ਨੂੰ ਜਿਹੜਾ ਹੈਗਾ ਵਿਸ਼ਵ ਪੱਧਰ ਦੇ ਉੱਤੇ ਉਹ ਮਤਲਬ ਕਿ 1927 ਦੇ ਵਿੱਚ ਆਪਣੇ 1973 ਦੇ ਵਿੱਚ ਇਸ ਗੱਲ ਨੂੰ ਉਠਾਉਂਦਾ ਹੈਗਾ। ਅਤੇ ਜਦੋਂ ਆਪਾਂ ਕਹਿੰਦੇ ਕਿ ਜਿਹੜਾ ਵਿਸ਼ਵ ਵਾਤਾਵਰਨ ਦਿਵਸ ਹੈਗਾ ਜਿਹੜਾ ਆਪਾਂ ਹੁਣੇ ਹੀ 5 ਜੂਨ ਨੂੰ ਮਨਾ ਕੇ ਹਟੇ ਹੈਗੇ ਉਹ ਉਹਦੇ ਬਾਰੇ ਉਹਨੇ ਵਿਚਾਰ ਕੀਤਾ। ਅਤੇ ਤੁਸੀਂ ਦੇਖੋ ਵੀ ਮਤਲਬ ਕਿ ਉਹਨੇ ਮਤਲਬ ਕਿ ਇਹਨੂੰ ਵਿਸ਼ਵ ਪੱਧਰ 'ਤੇ ਇਸ ਤਰ੍ਹਾਂ ਵਾਤਾਵਰਨ ਕਰਾਇਆ ਜਦੋਂ ਉਹ ਆਪ ਜਿਹੜੇ ਵਿਦੇਸ਼ਾਂ ਵਿੱਚ ਜਿਹੜੇ ਯੂਰਪ ਸੀਗੇ, ਅਮਰੀਕਾ ਸੀਗਾ, ਵੱਡੇ ਜਿਹੜੇ ਦੇਸ਼ ਸੀਗੇ, ਉਹਨਾਂ ਨੂੰ ਇਸ ਵਾਰ ਹੋਣ ਲੱਗਿਆ ਵੀ ਸਾਡੇ 'ਤੇ ਹੁਣ ਅਸਰ ਪਾ ਰਿਹਾ ਹੈਗਾ। ਅਸਰ ਕੌਣ ਪਾ ਰਿਹਾ? ਉਹ ਆਪ ਹੀ ਪਾ ਰਹੇ ਨੇ। ਅਤੇ ਪਰ ਉਹਦਾ ਹੱਲ ਕੀ ਲੱਭਿਆ? ਉਹਨਾਂ ਨੇ ਹੱਲ ਲੱਭਿਆ ਸਾਡੇ ਮਤਲਬ ਕਿ ਜਿਵੇਂ ਛੋਟੇ ਦੇਸ਼ ਹੁੰਦੇ ਨੇ ਵੀ ਆਪਣੀਆਂ ਇੰਡਸਟਰੀਆਂ ਜਿਹੜੀਆਂ ਨੇ ਸਾਡੇ ਵਾਲੇ ਪਾਸੇ ਉਹਨਾਂ ਧੱਕਤੀਆਂ। ਆਪਾਂ ਆਮ ਤੌਰ 'ਤੇ ਵੀ ਦੇਖੀ ਸਾਡੀ ਜਿਹੜੀ ਮਾਨਸਿਕਤਾ ਦੀ ਗੱਲ ਹੈਗੀ ਸ਼ਹਿਰ ਦੇ ਵਿੱਚ ਵੀ ਜੇ ਆਪਾਂ ਕਰੀਏ, ਇੱਕ ਪੌਸ਼ ਕਲੋਨੀ ਹੈਗੀ ਹੈ ਅਤੇ ਉਹ ਜਿਹੜਾ ਪੌਸ਼ ਕਲੋਨੀ ਵਿੱਚ ਰਹਿੰਦਾ ਹੈਗਾ ਉਹ ਮਤਲਬ ਕਿ ਸਮਝਦਾ ਹੈਗਾ ਕਿ ਮੇਰੇ ਆਲੇ ਦੁਆਲੇ ਬ੍ਰਿਕਸ਼ ਲੱਗੇ ਹੋਏ ਨੇ, ਮੇਰੇ ਆਲੇ ਦੁਆਲੇ ਬੜਾ ਸਾਫ਼ ਸਫਾਈ ਹੈਗੀ ਹੈ, ਘਰ ਬੜੇ ਦੂਰ ਦੂਰ ਨੇ ਅਤੇ ਕੋਈ ਐਡੀ ਕੋਈ ਗੱਲ ਨਹੀਂ ਹੈਗੀ। ਉਹਨੂੰ ਲੱਗਦਾ ਵੀ ਇਹ ਪੋਲਿਊਸ਼ਨ ਦਾ ਸਲਮ ਏਰੀਆ ਦਾ ਮਤਲਬ ਕਿ ਸਮੱਸਿਆ ਹੈਗੀ ਹੈ ਜਾਂ ਮਤਲਬ ਕਿ ਉਹ ਦੂਰ ਪਰੇ ਜਿਹੜੇ ਸ਼ਹਿਰ ਤੋਂ ਬਾਹਰ ਲੋਕ ਰਹਿੰਦੇ ਨੇ ਉਹਨਾਂ ਦੀ ਸਮੱਸਿਆ ਹੈ। ਜਦੋਂ ਕਿ ਉਹੀ ਗੱਲ ਕਿ ਪੋਲਿਊਸ਼ਨ 'ਚ ਸਭ ਤੋਂ ਵੱਧ ਹਿੱਸਾ ਉਹ ਪਾ ਰਿਹਾ ਹੁੰਦਾ ਕਿਉਂਕਿ ਇੰਡਸਟਰੀ ਹੁੰਦੀ ਹੈ ਨਾ, ਉਹ ਸਾਰਾ ਕੁਝ ਜਿਹੜਾ ਹਿੱਸਾ ਪਾ ਰਿਹਾ ਉਹਦੇ ਕੋਲ ਵੱਡੇ ਵੱਡੇ ਵਹੀਕਲ ਹੈਗੇ ਨੇ, ਉਹ ਸਾਰਾ ਕੁਛ ਹੈਗਾ, ਹਿੱਸਾ ਉਹ ਵੱਧ ਪਾ ਰਿਹਾ ਹੈਗਾ। ਪਰ ਉਹ ਸੋਚਦਾ ਕਿ ਮੈਨੂੰ ਕੋਈ ਸਮੱਸਿਆ ਨਹੀਂ ਹੈਗੀ, ਸਮੱਸਿਆ ਗਰੀਬਾਂ ਨੂੰ ਹੈਗੀ ਹੈ। ਠੀਕ ਹੈ ਕਿ ਸਮੱਸਿਆ ਉਹਨਾਂ ਨੂੰ ਹੀ ਆਉਂਦੀ ਹੈਗੀ ਹੈ ਪਰ ਹਿੱਸਾ ਪਾਉਣ ਵਾਲਾ ਉਹ ਹੈਗਾ। ਪਰ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਵੀ ਆਪਣਾ ਵੀ ਇਹਦੇ ਉੱਤੇ ਹੁਣ ਸੁਧਾਰ ਕੌਣ ਕਰੇ, ਫਿਰ ਅਸੀਂ ਉਹਨਾਂ 'ਤੇ ਕਹਿੰਦੇ ਹਾਂ ਵੀ ਇਹ ਜਿਹੜੇ ਗਰੀਬ ਨੇ ਇਹਨਾਂ ਨੂੰ ਰਹਿਣਾ ਨਹੀਂ ਆਉਂਦਾ, ਇਹਨਾਂ ਦੀਆਂ ਬਸਤੀਆਂ ਕੱਚੀਆਂ ਨੇ, ਇਹਨਾਂ ਨੂੰ ਪਾਣੀ ਨਹੀਂ ਸੰਭਾਲਣੀ ਆਉਂਦੀ, ਇਹਨਾਂ ਦੇ ਆਲੇ ਦੁਆਲੇ ਇਹ ਕੂੜੇ ਨੂੰ ਅੱਗ ਲਾ ਦਿੰਦੇ ਨੇ, ਧੂੰਆਂ ਤਾਂ ਇਹ ਕਰਦੇ ਨੇ। ਅਤੇ ਕਹਿਣ ਦਾ ਮਤਲਬ ਇਹ ਇੱਕ ਪੱਖ ਹੈਗਾ, ਸਾਨੂੰ ਵੱਡੇ ਪਰਿਪੇਖ 'ਚ ਸਮਝਣ ਦੀ ਲੋੜ ਹੈਗੀ ਹੈ ਵੀ ਜਿਹੜਾ ਆਲਾ ਦੁਆਲਾ ਹੈ ਸਾਡਾ ਉਹ ਸਾਡਾ এনवायरमेंट ਹੈਗਾ। ਆਲੇ ਦੁਆਲੇ ਦੇ ਵਿੱਚ ਅਸੀਂ ਹਵਾ ਪਾਣੀ ਦੀ ਆਪਾਂ ਗੱਲ ਕਰਦੇ ਹਾਂ, ਹਵਾ ਪਾਣੀ ਤੋਂ ਇਲਾਵਾ ਜ਼ਮੀਨ ਵੀ ਹੈਗੀ ਹੈ। ਅਤੇ ਮੈਂ ਤਾਂ ਕਹਿੰਦਾ ਵੀ ਆਲੇ ਦੁਆਲੇ ਸਾਡੇ ਆਦਮੀ ਵੀ ਹੈਗੇ ਨੇ। ਆਦਮੀਆਂ ਦੀ ਵੀ ਜਦੋਂ ਗੱਲ ਕਰਦੇ ਹਾਂ ਤਾਂ ਆਦਮੀਆਂ ਦਾ ਵੀ ਪ੍ਰਦੂਸ਼ਣ ਇੱਕ ਮਤਲਬ ਕਿ ਸਾਨੂੰ ਉਹਨੂੰ ਵੀ ਸਮਝਣਾ ਚਾਹੀਦਾ, ਜਿਹੜਾ ਉਹਨਾਂ ਦੇ ਮਨ ਦਾ ਦਿਮਾਗ ਦਾ ਪ੍ਰਦੂਸ਼ਣ ਹੈਗਾ ਆਪਾਂ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈਗਾ। ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਕਿ ਵੀ ਇਸ ਵਾਤਾਵਰਨ ਦੇ ਵਿੱਚ ਸੁਧਾਰ ਆਵੇ ਤਾਂ ਜਦ ਤੱਕ ਅਸੀਂ ਉਸ ਆਦਮੀ ਦੀ ਮਾਨਸਿਕਤਾ ਹੈਗੀ ਹੈ ਜਿਹਨੂੰ ਉਹਨੂੰ ਸਮਝੇ, ਜਿਹੜੀ ਮੈਂ ਗੱਲ ਕਰਾਂ ਵੀ ਨਹੀਂ ਸਮਝ ਜਿਹੜੀ ਹੈਗੀ ਹੈ ਵੀ ਉਹ ਸਮਝਦਾ ਕਿ ਮੇਰਾ ਕੋਈ ਕਸੂਰ ਨਹੀਂ ਹੈ, ਵੀ ਮੈਂ ਤਾਂ ਅਮੀਰ ਹੈਗਾ, ਮੇਰੀ ਕੋਠੀ ਬੜੀ ਖੁੱਲ੍ਹੀ ਹੈਗੀ ਹੈ, 500 ਗਜ਼ ਦੀ ਕੋਠੀ ਹੈਗੀ ਹੈ ਅਤੇ ਮੈਂ ਤਾਂ ਵ੍ਰਿਕਸ਼ ਵੀ ਲਾਏ ਹੋਏ ਨੇ ਅਤੇ ਮੇਰਾ ਕੋਈ ਕਸੂਰ ਨਹੀਂ। ਜਦੋਂ ਹੁਣ ਵਾਤਾਵਰਨ ਦੀ ਜਦੋਂ ਗੱਲ ਕਰਦੇ ਇਹ ਵਿਸ਼ਵ ਪੱਧਰੀ ਮਤਲਬ ਗੱਲ ਹੈਗੀ ਹੈ। ਅਤੇ ਜੇ ਕਿਤੇ ਦੁਨੀਆ ਦੇ ਕਿਸੇ ਹਿੱਸੇ ਵਿੱਚ ਹੀ ਕੋਈ ਸਮੱਸਿਆ ਆਉਂਦੀ ਹੈ ਵਾਤਾਵਰਨ ਨੂੰ ਲੈ ਕੇ, ਉਹ ਸਾਰੀ ਦੁਨੀਆ 'ਤੇ ਪ੍ਰਭਾਵ ਪਾਉਂਦੀ ਹੈ। ਹੁਣ ਜਦੋਂ ਤੁਸੀਂ ਮੀਂਹ ਦੀ ਗੱਲ ਕੀਤੀ ਹੈ, ਤਪਸ਼ ਦੀ ਗੱਲ ਕੀਤੀ ਹੈ, ਆਪਾਂ ਗਲੇਸ਼ੀਅਰ ਦੀ ਗੱਲ ਕਰਦੇ ਹਾਂ। ਹੁਣ ਗਲੇਸ਼ੀਅਰ ਤਾਂ ਹਿੱਸਾ ਨਹੀਂ ਪਾ ਰਹੇ ਨਾ ਪੋਲਿਊਸ਼ਨ ਦੇ ਵਿੱਚ, ਪਰ ਗਲੇਸ਼ੀਅਰ ਪਿਘਲ ਰਹੇ ਨੇ। ਤਾਂ ਉਹ ਫਿਰ ਜਦੋਂ ਆਪ ਨੂੰ ਦਰਿਆਵਾਂ ਦੇ ਵਿੱਚ ਜਾਂਦੇ ਨੇ, ਦਰਿਆਵਾਂ ਦਾ ਜਿਹੜਾ ਪੱਧਰ ਉੱਚਾ ਹੋ ਰਿਹਾ ਹੈਗਾ, ਅਸੀਂ ਸੁਣ ਰਹੇ ਹਾਂ ਕਿ ਕਈ ਜਿਹੜੇ ਮਤਲਬ ਕਿ ਦੇਸ਼ ਨੇ ਉਹ ਡੁੱਬਣ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਛੋਟੇ ਛੋਟੇ ਟਾਪੂ ਨੇ, ਟਾਪੂ ਟਾਈਪ ਦੇਸ਼ ਹੈਗੇ ਨੇ, ਉਹਨਾਂ ਦਾ
ਐਗਜ਼ਿਸਟੈਂਸ ਖਤਮ ਹੋ ਜਾਣੀ ਹੈ। ਜਾਂ ਜਿਹੜੇ ਸਾਡੇ ਕਿਨਾਰਿਆਂ ਦੇ ਉੱਤੇ ਸਾਡਾ ਬਹੁਤ ਵੱਡਾ ਸਮੁੰਦਰੀ ਕਿਨਾਰਾ ਹਿੰਦੁਸਤਾਨ ਦਾ, ਉਸ ਕਿਨਾਰਿਆਂ ਤੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਹੋ ਸਕਦਾ ਕਿ ਇਹ 10-10 20-20 ਫੁੱਟ ਅੱਗੋਂ 50 ਫੁੱਟ ਮਤਲਬ ਕਿ ਅੱਗੇ ਉਹਨਾਂ ਦੀ ਜਿਹੜੀ ਰਿਹਾਇਸ਼ੀ ਇਲਾਕਾ ਹੈਗਾ ਉਹ ਖਤਮ ਹੋ ਜਾਏ ਤੇ ਉਹ ਡੁੱਬ ਜਾਏ, ਤੇ ਕਹਿੰਦਾ ਮਤਲਬ ਉਹਨਾਂ ਨੂੰ ਵੀ ਇੱਕ ਸਮੱਸਿਆ ਆਉਣ ਵਾਲੀ ਹੈਗੀ ਹੈ। ਤਾਂ ਇਸ ਕਰਕੇ ਵਾਤਾਵਰਨ ਨੂੰ ਉਸ ਪਰਿਪੇਖ ਦੇ ਵਿੱਚ ਸਮਝਣ ਦੀ ਲੋੜ ਹੈਗੀ ਹੈ। ਜੀ ਡਾਕਟਰ ਸਾਹਿਬ, ਗ੍ਰੀਨਰੀ ਦੀ ਗੱਲ ਕਰਦੇ ਅਸੀਂ, ਜਦੋਂ ਗ੍ਰੀਨਰੀ ਕਿੰਨੀ ਕੁ ਚਾਹੀਦੀ ਹੈਗੀ ਹੈ ਤੇ ਕਿੰਨੀ ਕੁ ਇਸ ਵੇਲੇ ਸਾਡੇ ਕੋਲ ਜਿਹੜੀ ਆ ਉਹ ਹੈਗੀ ਆ, ਕਿਉਂਕਿ ਪਿਛਲੇ ਦਿਨੀ ਜਦੋਂ ਕਰੋਨਾ ਚੱਲਿਆ ਸੀਗਾ ਤੇ ਆਕਸੀਜਨ ਦੀ ਕਮੀ ਵੀ ਬੜੀ ਰਹੀ, ਉਦੋਂ ਵੀ ਗੱਲਾਂ ਇਹ ਚੱਲੀਆਂ ਕਿ ਇੱਦਾਂ ਹੋ ਰਿਹਾ ਵਾ। ਇਹ ਗ੍ਰੀਨਰੀ ਕਿੰਨੀ ਕੁ ਹੈਗੀ ਆ ਆਪਣੇ ਕੋਲ? ਨਹੀਂ ਦੇਖੋ ਜੀ, ਜਿਹੜੀ ਗੱਲ ਮੈਂ ਪਹਿਲਾਂ ਕੀਤੀ ਵੀ ਵਾਤਾਵਰਨ ਜਿਹੜਾ ਹੈਗਾ ਨਾ ਸਾਨੂੰ ਉਹਨੂੰ ਸਮੁੱਚਤਾ ਦੇ ਵਿੱਚ ਦੇਖਣ ਦੀ ਲੋੜ ਹੈਗੀ ਹੈ। ਅਸੀਂ ਕਦੇ ਪਾਣੀ ਦੀ ਗੱਲ ਕਰਦੇ ਹਾਂ, ਅਸੀਂ ਹਵਾ ਦੀ ਗੱਲ ਕਰਦੇ ਹਾਂ, ਅਸੀਂ ਹੁਣ ਗ੍ਰੀਨਰੀ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਓਜ਼ੋਨ ਲੇਅਰ ਦੀ ਗੱਲ ਕਰਦੇ ਹਾਂ। ਤੁਸੀਂ ਦੇਖ ਲਓ ਵੀ ਅਸੀਂ ਆਪਣੇ ਨਾ ਪੂਰੇ ਸਾਲ ਦੇ ਵਿੱਚ ਅਸੀਂ ਇੱਕ ਦਿਨ ਓਜ਼ੋਨ ਡੇ ਰੱਖਿਆ ਹੋਇਆ, ਇੱਕ ਦਿਨ ਅਸੀਂ ਅਰਥ ਡੇ ਰੱਖਿਆ ਹੋਇਆ, ਇੱਕ ਦਿਨ ਅਸੀਂ ਮਤਲਬ ਕਿ ਵਾਟਰ ਨੂੰ ਸਮਰਪਿਤ ਰੱਖਿਆ ਹੋਇਆ, ਐਵੇਂ ਅਸੀਂ ਇੱਕ ਦਿਨ ਰੱਖਿਆ ਹੋਏ ਨੇ, ਜਦੋਂ ਕਿ ਇਹ ਮੁੱਦੇ ਰੋਜ਼ ਦੇ ਨੇ ਤੇ ਨਾਲੇ ਸਾਰੇ ਰਲੇ ਹੋਏ ਨੇ ਆਪਸ ਦੇ ਵਿੱਚ, ਕੋਈ ਮੁੱਦਾ ਅਲੱਗ ਨਹੀਂ ਹੈ। ਗ੍ਰੀਨਰੀ ਦੀ ਗੱਲ ਬੜੀ ਇੰਪੋਰਟੈਂਟ ਇਸ ਕਰਕੇ ਹੈਗੀ, ਇਹ ਬਹੁਤ ਸਾਰੇ ਮੁੱਦਿਆਂ ਨੂੰ ਕਵਰ ਕਰਦੀ ਹੈਗੀ। ਗ੍ਰੀਨਰੀ ਦਾ ਸਿੱਧਾ ਸੰਬੰਧ ਸਾਡੀ ਆਕਸੀਜਨ ਦੇ ਨਾਲ ਹੈਗਾ। ਆਕਸੀਜਨ ਜਿਹੜੀ ਹੈਗੀ, ਆਪਾਂ ਜੇ ਧਰਤੀ ਦੇ ਉੱਤੇ ਮੈਂ ਦੇਖਦਾ ਮਤਲਬ ਕਿ ਸਮਝਣ ਦੀ ਕੋਸ਼ਿਸ਼ ਕਰਦਾ ਕਿਸੇ ਵੀ ਸਮੱਸਿਆ ਨੂੰ ਵੀ ਇਸ ਦਾ ਪਿਛੋਕੜ ਕੀ ਹੈਗਾ। ਜੇ ਆਪਾਂ ਕਹੀਏ ਇਸ ਧਰਤੀ ਦੀ ਅੱਜ ਆਪਾਂ ਗੱਲ ਕਰਦੇ ਹਾਂ ਵੀ ਇਹ ਧਰਤੀ ਜਿਹੜੀ ਹੈਗੀ ਹੈ, ਇਹ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਅਲਟੀਮੇਟਲੀ ਆਪਾਂ ਕਹਿੰਦੇ ਵੀ ਧਰਤੀ ਨਹੀਂ ਰਹਿਣੀ, ਹੁਣ ਧਰਤੀ ਤੇ ਜੀਵਨ ਨਹੀਂ ਰਹਿਣਾ। ਪਰ ਧਰਤੀ ਤੇ ਜੀਵਨ ਆਇਆ ਕਦੋਂ ਸੀ? ਜੇ ਆਪਾਂ ਕਰੀਏ ਵੀ ਦੇਖੋ ਅੱਜ ਆਪਾਂ ਗੱਲ ਕਰਦੇ ਹਾਂ ਆਕਸੀਜਨ ਦੀ, ਜਦੋਂ ਗੱਲ ਕਰਦੇ ਹਾਂ ਤੇ ਅੱਜ ਜਿਹੜੇ ਕਾਰਬਨ ਡਾਈਆਕਸਾਈਡ ਉੱਤੇ ਗੱਲ ਕਰਦੇ ਆ, ਉਹ ਕਹਿੰਦੇ ਨੇ ਵੀ ਜਿਹੜੀ ਕਾਰਬਨ ਡਾਈਆਕਸਾਈਡ ਜਿਸ ਤੇਜ਼ੀ ਨਾਲ ਵੱਧ ਰਹੀ ਹੈਗੀ ਹੈ, ਇਹ ਹਰ ਸਾਲ ਮਤਲਬ ਕਿ ਇਹ ਵਾਧਾ ਹੋ ਰਿਹਾ, ਮਤਲਬ ਤਕਰੀਬਨ 2% ਕਾਰਬਨ ਡਾਈਆਕਸਾਈਡ ਦਾ ਲੈਵਲ ਵੱਧ ਜਾਂਦਾ ਹੈਗਾ। ਤਾਂ ਇਹ ਜਿਹੜਾ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ ਸੰਤੁਲਨ ਜਿਸ ਦਿਨ ਵਿਗੜ ਗਿਆ ਉਸ ਦਿਨ ਇਹ ਕੰਮ ਖਤਮ ਹੋ ਜਾਣਾ ਹੈਗਾ। ਜੇ ਆਪਾਂ ਸੋਚੀਏ ਤਾਂ ਜਿਹੜਾ ਜੀਵਨ ਕਿਵੇਂ ਸ਼ੁਰੂ ਹੋਇਆ, ਆਪਾਂ ਕਹਿੰਦੇ ਕਿ ਸੂਰਜ ਤੋਂ ਧਰਤੀ ਬਣੀ, ਧਰਤੀ ਠੰਡੀ ਹੋਈ, ਫਿਰ ਪਾਣੀ ਆਇਆ, ਫਿਰ ਹਵਾ ਆਈ, ਤੇ ਇੱਕ ਮੌਕਾ ਸੀਗਾ ਜਦੋਂ ਆਕਸੀਜਨ, ਕਾਰਬਨ ਡਾਈਆਕਸਾਈਡ ਤੇ ਪਾਣੀ ਤੇ ਹੋਰ ਜਿਹੜੇ ਨਾਈਟ੍ਰੋਜਨ ਵਗੈਰਾ ਤੱਤ ਸੀਗੇ, ਇਹਨਾਂ ਦਾ ਇੱਕ ਸੰਤੁਲਨ ਬਣਿਆ ਤੇ ਇੱਥੇ ਜੀਵਨ ਧੜਕਣਾ ਸ਼ੁਰੂ ਹੋਇਆ, ਜ਼ਿੰਦਗੀ ਮਤਲਬ ਕਿ ਧਰਤੀ ਦੇ ਉੱਤੇ ਆਈ। ਉਹ ਫਿਰ ਪਲਾਂਟਸ ਬਣੇ, ਉਸ ਤੋਂ ਬਾਅਦ ਪਲਾਂਟਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਆਪਾਂ ਪੂਰੇ ਜੀਵ ਵਿਕਾਸ ਦੀ ਗੱਲ ਕਰਦੇ ਹਾਂ, ਫਿਰ ਅਸੀਂ ਪਹਿਲਾਂ ਬੈਕਟੀਰੀਆ ਬਣੇ ਤੇ ਫਿਰ ਫੰਗਸ ਬਣੀ ਤੇ ਇਸ ਤਰ੍ਹਾਂ ਬਣਿਆ ਤੇ ਅਸੀਂ ਹਿਊਮਨ ਬੀਇੰਗਸ ਤੱਕ ਪਹੁੰਚੇ। ਯਾਨੀ ਕਿ ਜੇ ਉਹ ਸੰਤੁਲਨ ਜਿਸ ਨੇ ਜ਼ਿੰਦਗੀ ਧੜਕਣ ਦੀ ਸ਼ੁਰੂਆਤ ਕੀਤੀ ਧਰਤੀ ਦੇ ਉੱਤੇ, ਜੇ ਉਹ ਖਤਮ ਹੋ ਗਿਆ, ਉਹ ਸੰਤੁਲਨ ਵਿਗੜ ਗਿਆ, ਤਾਂ ਨੈਚੁਰਲੀ ਉਹ ਜਿਹੜੀ ਲਾਈਫ ਜਿਹੜੀ ਹੈਗੀ ਸਾਡੀ ਮਤਲਬ ਕਿ ਉਹ ਸਾਰੀ ਦੀ ਸਾਰੀ ਖਤਮ ਹੋਣ ਜਾ ਰਹੀ ਹੈਗੀ ਹੈ। ਤੇ ਆਕਸੀਜਨ ਸਾਨੂੰ ਆਉਂਦੀ ਹੈ ਪਲਾਂਟਸ ਤੋਂ। ਸਾਨੂੰ ਇੱਕ ਸਾਈਕਲ ਵੀ ਸਮਝਣਾ ਚਾਹੀਦਾ ਹੈਗਾ ਵੀ ਅਸੀਂ ਪਲਾਂਟਸ ਦਾ ਤੇ ਅਸੀਂ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਾਂ, ਆਕਸੀਜਨ ਜਿਹੜੀ ਹੈਗੀ ਨਾ ਉਹ ਪਲਾਂਟਸ ਪੈਦਾ ਕਰਦੇ ਨੇ। ਯਾਨੀ ਕਿ ਸਾਡੀ ਜੋ ਆਕਸੀਜਨ ਜਿਹੜੀ ਹੈਗੀ ਉਹ ਸਾਨੂੰ ਚਾਹੀਦੀ ਹੈ, ਪਰ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਾਂ ਉਹ ਕਾਰਬਨ ਡਾਈਆਕਸਾਈਡ ਦਾ ਆਪਣਾ ਫੂਡ ਬਣਾਉਂਦੇ ਆ। ਤਾਂ ਇਹ ਜਿਹੜਾ ਧਰਤੀ ਦਾ ਸਾਈਕਲ ਹੈ ਜਾਂ ਜੋ ਇਕੋ ਸਿਸਟਮ ਵੀ ਕਹਿ ਲਓ, ਉਹ ਇੱਕ ਇਕੋ ਸਿਸਟਮ ਹੈ, ਚਾਹੇ ਉਹ ਗੈਸਾਂ ਦਾ ਹੈ, ਚਾਹੇ ਉਹ ਮਤਲਬ ਕਿ ਹੋਰ ਤੱਤਾਂ ਦਾ ਹੈ, ਤੇ ਚਾਹੇ ਮਤਲਬ ਕਿ ਐਨੀਮਲ ਦਾ ਵੀ ਹੈਗੀ ਹੈ। ਜਿਵੇਂ ਮਤਲਬ ਕਿ ਚੂਹਾ ਹੈਗਾ ਉਹ ਸੱਪ ਖਾਂਦਾ ਹੈਗਾ, ਤੇ ਸੱਪ ਨੂੰ ਕੋਈ ਹੋਰ ਜਾਨਵਰ ਖਾਂਦਾ ਹੈਗਾ, ਤੇ ਇਸ ਤਰ੍ਹਾਂ ਇਹ ਧਰਤੀ ਦਾ ਇੱਕ ਸੰਤੁਲਨ ਬਣਿਆ ਹੋਇਆ ਹੈਗਾ। ਤੇ ਸਾਰਿਆਂ ਦੀ ਹੀ ਲੋੜ ਹੈਗੀ ਹੈ ਧਰਤੀ ਦੇ ਉੱਤੇ। ਅਸੀਂ ਮਤਲਬ ਇਹ ਨਾ ਸਮਝੀਏ ਜਿਵੇਂ ਮਨੁੱਖ ਸਮਝਣ ਲੱਗ ਪਿਆ ਵੀ ਮੈਂ ਹੀ ਹੈਗਾ ਤੇ ਮੈਂ ਹੀ ਇੱਥੇ ਰਹਿਣ ਵਾਸਤੇ ਹੈ, ਧਰਤੀ ਮੇਰੇ ਵਾਸਤੇ ਹੀ ਹੈ ਤੇ ਸਾਰੀ ਧਰਤੀ ਮੇਰੇ ਵਾਸਤੇ ਹੈ। ਜੀਵ ਜੰਤੂ ਤੇ ਪੰਛੀ ਤੇ ਉਹ ਵੀ ਉਹਨੇ ਮਹੱਤਵਪੂਰਨ ਹੈਗੇ ਨੇ। ਸਾਰੇ ਹੀ ਇਸ ਜ਼ਿੰਦਗੀ ਦੇ ਵਿੱਚ ਧੜਕਣ ਦੇ ਵਿੱਚ ਸਾਰੇ ਆਪਣਾ ਬਰਾਬਰ ਦਾ ਹਿੱਸਾ ਪਾਉਂਦੇ ਆ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈਗੀ ਹੈ। ਡਾਕਟਰ ਸਾਹਿਬ, ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਹੈ ਤੁਹਾਡੀ ਗੱਲ ਕਰਦਿਆਂ ਕਿ ਇਕੱਲੇ ਰੁੱਖ ਲਗਾਉਣਾ ਹੀ ਸਾਰੇ ਮਸਲੇ ਦਾ ਹੱਲ ਜਿਹੜਾ ਆ ਉਹ ਹੈਗਾ ਆ, ਕਿ ਜੇ ਰੁੱਖ ਹੀ ਇੰਨੀ ਵੱਡੀ ਤਾਦਾਦ ਦੇ ਵਿੱਚ ਲਗਾ ਦਿੱਤੇ ਜਾਣ ਤਾਂ ਵਾਕਈ ਸਾਰਾ ਕੁਝ ਠੀਕ ਜਿਹੜਾ ਉਹ ਹੋ ਜਾਏਗਾ? ਨਹੀਂ ਜੀ, ਦੇਖੋ ਰੁੱਖ ਦੀ ਇੰਪੋਰਟੈਂਟ ਮੈਂ ਕਹਿੰਦਾ ਵੀ ਸਾਰੇ ਆਪਸ ਰਲੇ ਹੋਏ ਨੇ। ਹੁਣ ਗੱਲ ਵੀ ਰੁੱਖ ਲਗਾਉਣੇ ਆਦਮੀ ਨੇ ਮੈਂ ਜੀ ਗੱਲ ਕੀਤੀ ਵੀ ਸਾਡੇ ਆਲੇ ਦੁਆਲੇ ਵਾਤਾਵਰਨ ਦੇ ਵਿੱਚ ਆਦਮੀ ਵੀ ਹੈਗਾ, ਵੀ ਉਸ ਦੀ ਕੀ ਮਾਨਸਿਕਤਾ ਹੈਗੀ, ਉਸ ਜਿਹੜੀ ਉਹ ਜੇ ਇਹ ਸੋਚਦਾ ਹੈਗਾ ਕਿ ਵੀ ਮੈਂ ਹੀ ਮੇਰੀ ਧਰਤੀ ਹੈ ਤੇ ਮੈਂ ਆਕਸੀਜਨ ਪੈਦਾ ਵੀ ਕਰ ਸਕਦਾ, ਮੈਂ ਇਹ ਵੀ ਚੀਜ਼ ਪੈਦਾ ਕਰ ਸਕਦਾ, ਮੈਂ ਆਪਣੇ ਘਰੇ ਪਿਉਰੀਫਾਇਰ ਲਾ ਸਕਦਾ, ਮੈਂ ਆਪਣੇ ਘਰੇ ਇਹ ਕਰ ਸਕਦਾ, ਤਾਂ ਉਹ ਕੋਈ ਹੱਲ ਨਹੀਂ ਹੈਗੀ। ਪਹਿਲਾਂ ਉਸ ਮੇਨ ਮੁੱਦਾ ਹੁੰਦਾ ਉਹ ਵੀ ਵੱਡਾ ਹੈਗਾ। ਪਰ ਜੇ ਆਪਾਂ ਗੱਲ ਕਰੀਏ ਕੁਦਰਤ ਨੇ ਜੋ ਰੱਖਿਆ ਹੈਗਾ ਉਹ ਸੰਤੁਲਨ ਜਿਹੜਾ ਆਕਸੀਜਨ ਦਾ ਤੇ ਕਾਰਬਨ ਡਾਈਆਕਸਾਈਡ ਵਾਲਾ, ਉਹਦੇ 'ਚ ਹੈਗਾ ਵੀ 33% ਕਵਰ ਧਰਤੀ ਦਾ ਜਿਹੜਾ ਹੈਗਾ ਨਾ ਉਹ ਜੰਗਲਾਂ ਦੇ ਨਾਲ ਹੋਣਾ ਚਾਹੀਦਾ, ਵ੍ਰਿਕਸ਼ਾਂ ਦੇ ਨਾਲ ਹੋਣਾ ਚਾਹੀਦਾ ਹੈਗਾ। ਅੱਛਾ ਜੀ, ਠੀਕ ਹੈ। ਵੀ ਆਪਾਂ ਹੁਣ ਜੰਗਲ ਵੱਖਰੇ ਵੀ ਹੈਗੇ ਨੇ, ਪਰ ਕੱਲੇ ਜੰਗਲ ਵੀ ਹੈਗੇ ਨੇ। ਜਿਵੇਂ ਆਪਣੇ ਆਪਾਂ ਜੇ ਭਾਰਤ ਦੀ ਗੱਲ ਕਰੀਏ ਜਾਂ ਵਿਸ਼ਵ ਵਿੱਚ ਗੱਲ ਕਰੀਏ, ਕੱਲੇ ਜੰਗਲ ਵੀ ਹੈਗੇ ਨੇ, ਉਹ ਬਹੁਤ ਵੱਡਾ ਏਰੀਆ ਜੰਗਲਾਂ ਦਾ ਹੈਗਾ। ਪਰ ਆਪਾਂ ਉਹਨਾਂ ਦੀ ਆਕਸੀਜਨ ਜਿਹੜੀ ਹੈਗੀ ਹੈ, ਪਰ ਜੇ ਆਪਾਂ ਕਹੀਏ ਕਿ ਅਸੀਂ ਇੱਥੇ ਬੈਠੇ ਸਾਡੇ
ਪੰਜਾਬ ਵਿੱਚ ਕੋਈ ਜੰਗਲ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਮਤਲਬ ਹੈਗਾ ਕਿ ਅੰਮ੍ਰਿਤਸਰ ਦੇ ਵਿੱਚ ਜੰਗਲ ਹੋਵੇ ਤਾਂ ਹੀ ਮਤਲਬ ਕਿ ਲੋੜ ਹੈਗੀ ਹੈ, ਪਰ ਉਹ ਅਸੀਂ ਪੂਰਾ ਕਰ ਸਕਦੇ ਹਾਂ ਵੀ ਉਹ ਉਸ ਜੰਗਲ ਪਲੱਸ ਜਿਹੜੀ ਸਾਡੇ ਕੋਲ ਧਰਤੀ ਹੈਗੀ ਹੈ ਅਸੀਂ ਉਸ ਦਾ ਇਸਤੇਮਾਲ ਕਰਨਾ। ਉਹ ਇੱਕ ਤੀਜਾ ਹਿੱਸਾ ਚਾਹੀਦਾ ਹੈ, 33% ਜੰਗਲ ਚਾਹੀਦਾ ਹੈਗਾ ਮਤਲਬ ਕਿ ਸਾਰੇ ਮਤਲਬ ਕਿ ਧਰਤੀ ਦੇ ਉੱਤੇ ਬਰਾਬਰ ਦੀ ਆਕਸੀਜਨ ਦੇਣ ਵਾਸਤੇ। ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਪਿਛਲੇ ਕਾਫੀ ਸਮੇਂ ਤੋਂ ਆਪਾਂ ਜੋ ਦੀ ਇਹ ਗ੍ਰੀਨ ਰੈਵੋਲੂਸ਼ਨ ਆਈ ਹੈਗੀ ਹੈ ਤਾਂ ਅਸੀਂ ਮਤਲਬ ਕਿ ਉਹਦੇ ਨਾਲ ਮਤਲਬ ਕਿ ਪਾਣੀ ਨੂੰ ਲੱਭ ਲਿਆ, ਪਤਾ ਲੱਗ ਗਿਆ ਵੀ ਸਾਡੇ ਥੱਲੇ ਪਾਣੀ ਹੈਗਾ ਤੇ ਅਸੀਂ ਉਹਦਾ ਇਸਤੇਮਾਲ ਕਰਦੇ। ਝੋਨਾ ਤੇ ਮਤਲਬ ਕਿ ਕਣਕ ਬੀਜਣ ਲੱਗ ਪਏ, ਜਦੋਂ ਕਿ ਝੋਨਾ ਸਾਡੀ ਫਸਲ ਨਹੀਂ ਹੈਗੀ ਸੀਗੀ, ਅਸੀਂ ਥੋੜੇ ਪਾਣੀ ਵਾਲੀ ਫਸਲਾਂ ਬੀਜਦੇ ਹੁੰਦੇ ਸੀਗੇ। ਪਰ ਗੱਲ ਹੈਗੀ ਹੈ ਵੀ ਆਪਾਂ ਮਤਲਬ ਕਿ ਜੰਗਲ ਲਗਾਉਣ ਦੀ ਸਾਡੇ ਕੋਲੋਂ ਅੱਜ ਦੀ ਤਰੀਕ ਦੇ ਵਿੱਚ ਤਕਰੀਬਨ ਆਪਾਂ ਜੇ ਕਹੀਏ ਤਾਂ 4.5% ਜੰਗਲ ਹੈਗਾ ਤੇ ਪਰ ਜੇ ਅਸੀਂ ਵਧਾਉਣਾ ਵੀ ਚਾਹੀਏ ਤਾਂ ਸਾਡੇ ਕੋਲ ਫਿਰ ਵੀ ਸਫੀਸ਼ੀਐਂਟ ਅਮਾਊਂਟ ਆਫ ਜ਼ਮੀਨ ਹਜੇ ਵੀ ਹੈਗੀ ਹੈ। 16-17% ਤੱਕ ਅਸੀਂ ਆਪਣਾ ਜੰਗਲ ਦਾ ਹੀ ਏਰੀਆ ਯਾਨੀ ਕਿ ਪਲਾਂਟੇਸ਼ਨ ਦਾ ਏਰੀਆ ਲਿਜਾ ਸਕਦੇ ਹੈਗੇ ਆ, ਪਰ ਅਸੀਂ ਉਹ ਲਗਾ ਨਹੀਂ ਰਹੇ ਕਿਉਂਕਿ ਉਹਦੇ ਵਾਸਤੇ ਸੁਵਿਧਾ ਨਹੀਂ ਹੈਗੇ, ਆਦਮੀ ਵੀ ਸੁਵਿਧਾ ਨਹੀਂ ਹੈਗਾ, ਪਲੈਨਿੰਗ ਵੀ ਮਤਲਬ ਉਸ ਤਰ੍ਹਾਂ ਦੀ ਨਹੀਂ ਹੈਗੀ। ਕਿਵੇਂ ਦੀਆਂ ਪਲੈਨਿੰਗਸ ਡਾਕਟਰ ਸਾਹਿਬ ਚਾਹੀਦੀਆਂ ਵਾ ਇਹਦੇ ਵਾਸਤੇ ਕਿ ਜੇਕਰ ਅਸੀਂ ਵਾਤਾਵਰਨ ਨੂੰ ਵਾਕਿਆ ਹੀ ਦਰੁਸਤ ਕਰਨਾ ਚਾਹੁੰਦੇ ਹਾਂ, ਸਿਰਫ ਬਿਆਨਬਾਜ਼ੀ ਤੱਕ ਜਿਹੜਾ ਆ ਜਾਂ ਦਿਨ ਇੱਕ ਮਨਾ ਲਿਆ ਉਹਦੇ ਤੱਕ ਸੀਮਤ ਨਾ ਰਹਿ ਕੇ ਜੇ ਅੱਗੇ ਅਸੀਂ ਪਲੰਘ ਪੁੱਟਦੇ ਹਾਂ? ਮੈਂ ਦੇਖੋ ਕੋਈ ਵੀ ਐਕਸ਼ਨ ਹੁੰਦਾ ਦੋ ਪੱਧਰ ਤੇ ਹੁੰਦਾ, ਇੱਕ ਹੈਗਾ ਨਿੱਜੀ ਪੱਧਰ ਤੇ ਮੈਂ ਸਮਝਦਾ ਕਿ ਮੇਰੀ ਜ਼ਿੰਮੇਵਾਰੀ ਹੈ, ਇੰਨੀ ਕੁ ਗੱਲ ਹੀ ਮੈਂ ਸਮਝਿਆ ਕਿ ਮੈਂ ਆਪਣੇ ਜੋਗੀ ਆਕਸੀਜਨ ਪੈਦਾ ਕਰਨੀ ਹੈ। ਜੇ ਆਪਾਂ ਇਹ ਹੀ ਸਮਝ ਲਈਏ ਵੀ ਮੈਂ ਆਪਣੇ ਜੋਗੀ ਆਕਸੀਜਨ ਪੈਦਾ ਕਰਨੀ ਹੈ ਜਾਂ ਅਸੀਂ 4-5 ਹੈਗੇ ਪਰਿਵਾਰ ਦੇ ਬੰਦੇ ਅਸੀਂ ਆਪਣੇ ਜੋਗੀ ਆਕਸੀਜਨ ਪੈਦਾ ਕਰਨੀ ਹੈ। ਹੁਣ ਬੜੇ ਜਰੀਏ ਨੇ, ਅਸੀਂ ਇੰਡੋਰ ਪਲਾਂਟਸ ਵੀ ਹੈਗੇ ਨੇ, ਅਸੀਂ ਇੰਡੋਰ ਪਲਾਂਟਸ ਵੀ ਲਗਾ ਸਕਦੇ ਹਾਂ ਜਾਂ ਸਾਡੇ ਘਰ ਦੇ ਵਿੱਚ ਜਿੰਨਾ ਕੁ ਵੀ ਅੰਦਰ ਘਰ ਦੇ ਅੰਦਰ ਹੀ ਕੱਚਾ ਏਰੀਆ ਹੈਗਾ ਅਸੀਂ ਉੱਥੇ 1-2 ਜਿੰਨੀ ਵੀ ਥਾਵਾਂ ਲਗਾ ਸਕਦੇ ਹਾਂ। ਅਸੀਂ ਆਪਣੇ ਮਕਾਨ ਦੇ ਬਾਹਰਲੀ ਦੀਵਾਰ ਦੇ ਨਾਲ ਵੀ ਪਲਾਂਟਸ ਲਗਾ ਸਕਦੇ ਹੈਗੇ। ਇਹ ਨਿੱਜੀ ਪੱਧਰ ਤੇ ਹੈਗਾ, ਪਰ ਜੇ ਮਤਲਬ ਕਿ ਸਰਕਾਰ ਜਿਹੜੀ ਹੈਗੀ ਉਹਨਾਂ ਨੇ ਇੱਕ ਵਧੀਆ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਬਣਾਇਆ ਹੋਇਆ, ਇਸੇ ਕੰਮ ਵਾਸਤੇ ਬਣਾਇਆ ਵੀ ਉਹਨੇ ਜੰਗਲਾਂ ਦਾ ਏਰੀਆ ਵਧਾਉਣਾ ਹੈਗਾ। ਜੇ ਉਹ ਆਪਣਾ ਕੰਮ ਸੁਚੱਜਤਾ ਨਾਲ ਕਰੇ ਤਾਂ ਉਹ ਸਾਰੀਆਂ ਨਿਸ਼ਾਨਦੇਹੀ ਕਰ ਸਕਦਾ ਹੈ ਕਿ ਕਿੱਥੇ ਕਿੱਥੇ ਪੰਜਾਬ ਦੇ ਵਿੱਚ ਜਾਂ ਕਿਹੜੇ ਸ਼ਹਿਰ ਦੇ ਵਿੱਚ ਉਹ ਡਿਪਾਰਟਮੈਂਟ ਦਾ ਬੈਠਾ ਹੈਗਾ, ਉਹ ਲੱਭ ਸਕਦਾ ਹੈਗਾ। ਉਹਦਾ ਕੰਮ ਹੀ ਇਹੀ ਹੈ, ਉਹਨੂੰ ਲੱਭਣਾ ਚਾਹੀਦਾ ਵੀ ਸਕੂਲ ਨੇ, ਕਾਲਜ ਨੇ, ਸੜਕਾਂ ਦੇ ਕਿਨਾਰੇ ਨੇ, ਰੇਲਵੇ ਦੀਆਂ ਲਾਈਨਸ ਨੇ, ਉਹਨਾਂ ਦੇ ਆਲੇ ਦੁਆਲੇ ਹੈਗਾ ਨਾ, ਉਸ ਤੋਂ ਇਲਾਵਾ ਹੋਰ ਵੀ ਨੇ। ਬਾਕੀ ਆਪਾਂ ਜੇ ਖੇਤਾਂ ਦੀ ਗੱਲ ਵੀ ਕਰੀਏ, ਜਿੱਥੇ ਅਸੀਂ ਮੰਨ ਲਓ ਕਿ ਝੋਨਾ ਤੇ ਮਤਲਬ ਕਿ ਅਸੀਂ ਉਹ ਆਪਣੇ ਬੀਜ ਰਹੇ ਹੈਗੇ ਆ, ਕਣਕ ਬੀਜ ਰਹੇ ਵਾਰੀ ਆਪਣੇ ਅਨੁਸਾਰ ਨਾਲ, ਉਹਨਾਂ ਦੀਆਂ ਜਿਹੜੀ ਵੱਟਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਕਿਹੜੇ ਪਲਾਂਟਸ ਲੱਗ ਸਕਦੇ ਨੇ, ਇਹ ਵੀ ਇੱਕ ਫੋਰੈਸਟ ਡਿਪਾਰਟਮੈਂਟ ਜਿਹੜਾ ਹੈਗਾ ਉਹਨੂੰ ਪਤਾ ਹੈਗਾ। ਇਹ ਡਾਕਟਰ ਸਾਹਿਬ ਇਹਦੇ ਉੱਤੇ ਸਖਤੀ ਦੀ ਜ਼ਰੂਰਤ ਜ਼ਰੂਰ ਹੈਗੀ ਆ, ਕਿਉਂਕਿ ਅੱਜ ਕੱਲ੍ਹ ਕਿਸਾਨ ਇਹ ਸੋਚਦਾ ਕਿ ਜੇਕਰ ਮੈਂ ਆਪਣੀ ਜ਼ਮੀਨ ਦੇ ਸਾਈਡ ਦੇ ਉੱਤੇ ਕਿਤੇ ਰੁੱਖ ਲਗਾ ਲਿਆ ਤਾਂ ਉਹਦੀ ਛਾਂ ਦੇ ਨਾਲ ਫਸਲ ਜਿਹੜੀ ਆ ਉਹ ਬੜੀ ਪ੍ਰਭਾਵਿਤ ਹੁੰਦੀ ਆ, ਉਹ ਨਹੀਂ ਹੁੰਦੀ। ਇਹ ਇੱਕ ਬੜਾ ਜਿਹੜਾ ਆ ਉਹ ਸੋਚਣ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਖੇਤਾਂ ਦੇ ਵਿੱਚ ਬਿਲਕੁਲ ਰੁੱਖ ਸਾਨੂੰ ਬਹੁਤ ਘੱਟ ਜਿਹੜੇ ਆ ਉਹ ਨਜ਼ਰ ਆਉਣਗੇ। ਮੈਂ ਉਹੀ ਕਹਿੰਦਾ ਵੀ ਇੱਕ ਤਾਂ ਗਿਆਨ ਦੀ ਘਾਟ ਹੈਗੀ ਹੈ, ਮੈਂ ਨਹੀਂ ਸਮਝਦਾ ਵੀ ਉਹੋ ਜਿਹੇ ਪਲਾਂਟਸ ਲਗਾਏ ਜਾਣ ਜਿਹੜੇ ਛੋਟੇ ਪਲਾਂਟਸ ਵੀ ਨੇ, ਜਿਹੜੇ ਆਪਾਂ ਜਿਵੇਂ ਫਰੂਟਸ ਦੇ ਪਲਾਂਟ ਨੇ ਜਿਹੜੇ ਕਿ ਬਹੁਤ ਉੱਚਾ ਨਹੀਂ ਜਾਂਦੇ। ਆਪਾਂ ਨਹੀਂ ਕਹਿੰਦੇ ਵੀ ਉੱਥੇ ਜਾਮਨ ਦਾ ਪੇੜ ਲੱਗੇ ਜਾਂ ਉੱਥੇ ਮਤਲਬ ਕਿ ਖੇਤ ਦੇ ਵਿੱਚ ਪਿੱਪਲ ਲੱਗੇ ਜਾਂ ਮਤਲਬ ਕਿ ਟਾਹਲੀ ਲੱਗੇ, ਜਦੋਂ ਕਿ ਇਹਨਾਂ ਦੀ ਵੀ ਲੋੜ ਹੈਗੀ ਹੈ। ਜਦੋਂ ਕਿਸਾਨ ਕੰਮ ਕਰਦਾ ਕਰਦਾ ਥੱਕ ਜਾਂਦਾ ਹੈਗਾ ਜਾਂ ਧੁੱਪ ਬੜੀ ਪੈਂਦੀ ਹੈਗੀ ਹੈ ਤਾਂ ਉਹ ਘੰਟਾ 2 ਘੰਟੇ ਉਸ ਟਾਹਲੀ ਦੇ ਥੱਲੇ ਆਰਾਮ ਵੀ ਕਰ ਸਕਦਾ। ਹੁਣ ਟਾਹਲੀ ਸਾਡਾ ਪੰਜਾਬ ਦਾ ਜਿਹੜਾ ਹੈਗਾ ਨਾ ਵੀ ਇਹ ਨੈਸ਼ਨਲ ਜਿਵੇਂ ਇੱਕ ਉਹਦਾ ਸਟੇਟ ਰੁੱਖ ਹੈਗਾ ਹੈ, ਤਾਂ ਉਸ ਹਿਸਾਬ ਨਾਲ ਮਤਲਬ ਕਿ ਅਸੀਂ ਟਾਹਲੀ ਤੋਂ ਮਤਲਬ ਕਿ ਹੋਰ ਵੀ ਬੜੇ ਗੱਲ ਇਹ ਨਹੀਂ ਹੁੰਦੀ ਕਿ ਵੀ ਅਸੀਂ ਸਿਰਫ ਟਾਹਲੀ ਤੋਂ ਛਾਂ ਹੀ ਲੈਣੀ ਹੈ। ਟਾਹਲੀ ਦੀ ਲੱਕੜ ਜਿਹੜੀ ਹੈਗੀ ਆ ਉਹਦੇ ਵੀ ਆਪਣੇ ਅਲੱਗ ਫਾਇਦੇ ਹੈਗੇ ਨੇ। ਯਾਨੀ ਕਹਿਣ ਦਾ ਮਤਲਬ ਇਹ ਗੱਲ ਸਮਝਾਉਣ ਦੀ ਹੈ, ਕਿਸਾਨ ਨੂੰ ਵੀ ਸਮਝਾਉਣ ਦੀ ਹੈਗੀ। ਇਹ ਨਹੀਂ ਕਿ ਮੈਂ ਨਹੀਂ ਸਮਝਦਾ ਵੀ ਕਿਸਾਨ ਨੂੰ ਸਮਝ ਨਹੀਂ ਆਉਂਦੀ। ਉਹ ਇਸ ਪੰਜਾਬ 'ਚ ਪੈਦਾ ਹੋਇਆ, ਉਹਨੇ ਦੇਖੇ ਨੇ ਵੀ ਕਿਵੇਂ ਟਾਹਲੀ ਦੇ ਕੀ ਫਾਇਦੇ ਨੇ, ਕੀ ਰੁੱਖ ਦਾ ਉਹਦਾ ਮਤਲਬ ਹੈਗਾ, ਉਹ ਆਉਣ ਵਾਸਤੇ ਤਿਆਰ ਹੈ। ਪਰ ਜਦੋਂ ਆਪਾਂ ਮੈਂ ਗੱਲ ਕਰੀਏ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਜਦੋਂ ਆਪਾਂ ਸਰਕਾਰ ਦੀ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਨੇ ਚੀਜ਼ਾਂ ਕਾਨੂੰਨ ਬਣਾ ਕੇ ਇੰਪਲੀਮੈਂਟ ਕਰਨੀਆਂ ਹੁੰਦੀਆਂ ਨੇ। ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ ਤਾਂ ਫਿਰ ਉਹਦੇ ਨਾਲ ਤੁਸੀਂ ਸਜ਼ਾ ਵੀ ਜੋੜਦੇ ਹੋ, ਉਹਦੇ ਨਾਲ ਤੁਸੀਂ ਮਤਲਬ ਕਿ ਕਾਨੂੰਨੀ ਤੌਰ ਦੇ ਉੱਤੇ ਲੋਕਾਂ ਦੇ ਉੱਤੇ ਸਖਤੀ ਕਰਨ ਦੇ ਵਾਸਤੇ ਵੀ ਆਪਣਾ ਇੱਕ ਅਮਲਾ ਵੀ ਜੋੜਦੇ ਹੈਗੇ ਹੋ। ਤਾਂ ਇਸ ਕਰਕੇ ਇਹ ਫਿਰ ਜਿਹੜੀ ਪ੍ਰਕਿਰਿਆ ਹੈਗੀ ਹੈ ਸਰਕਾਰ ਦੇ ਤਰਫ ਤੋਂ ਆਊਗੀ ਤਾਂ ਫਿਰ ਉਹਦੇ ਆਪਣੇ ਆਪਣੇ ਅਲੱਗ-ਅਲੱਗ ਦੇ ਫਾਇਦੇ ਨੇ, ਅਲੱਗ-ਅਲੱਗ ਉਸਦੇ ਮਤਲਬ ਕਿ ਤਰੀਕੇ ਨੇ ਉਹਨੂੰ ਕਰਨ ਦੇ। ਇਸ ਤਰ੍ਹਾਂ ਕਿ ਉਹ ਕਹਿ ਸਕਦੀ ਹੈ ਕਿ ਆਪਣੇ ਜਿਵੇਂ ਵੀ ਜਿਹੜਾ ਮਤਲਬ ਕਿ ਟਿਊਬਵੈਲ ਹੈਗਾ ਜਾਂ ਮਤਲਬ ਕਿ ਜਿਸੇ ਤੁਸੀਂ ਲਗਾਇਆ ਹੋਇਆ ਉਹਦੀ ਤੁਸੀਂ ਆਲੇ ਦੁਆਲੇ ਮਤਲਬ ਕਿ 5 ਪਲਾਂਟ ਲਗਾਓ, 10 ਪਲਾਂਟ ਲਗਾਓ, ਹੈ ਨਾ। ਵੀ ਜੇ ਨਹੀਂ ਲਗਾਏ ਜਾਣਗੇ ਤਾਂ ਅਸੀਂ ਆ ਕੇ ਉਸ ਦਾ ਮੋਟਰ ਦਾ ਕਨੈਕਸ਼ਨ ਕੱਟ ਦਿਆਂਗੇ, ਹੈ ਨਾ। ਤਾਂ ਜਾਂ ਮਤਲਬ ਕਿ ਘਰਾਂ ਦੇ ਵਿੱਚ ਹੈਗਾ ਵਿੱਚ ਵੀ ਲਗਾਉਣ ਦੀ ਗੱਲ ਚੱਲ ਸਕਦੀ ਹੈ ਕਿ 5-10 ਪਲਾਂਟ ਹਰੇਕ ਘਰ ਆਪਣੇ ਅੰਦਰ ਲਗਾਵੇ। ਪਰ ਉਹ ਪ੍ਰਕਿਰਿਆ ਜਿਹੜੀ ਹੈਗੀ ਹੈ ਨਾ, ਇੱਕ ਤਾਂ ਹੈਗੀ ਵੀ ਮੈਂ ਇਹਨੂੰ ਇੱਕ ਨਿੱਜੀ ਜ਼ਿੰਮੇਵਾਰੀ ਸਮਝਿਆ ਮੇਰੀ, ਮੈਂ ਗੱਲ ਕੀਤੀ। ਦੂਜੀ ਹੈਗੀ ਵੀ ਜੇ ਸਰਕਾਰ ਕਹਿੰਦੀ ਹੈ ਵੀ ਤੁਹਾਡੇ ਅਸੀਂ ਘਰ ਦਾ ਜਿਹੜਾ ਨਕਸ਼ਾ ਹੈਗਾ ਜਾਂ ਇਹ ਹਾਊਸ ਟੈਕਸ ਹੈਗਾ ਜਾਂ ਹੋਰ ਜਿਹੜੀਆਂ ਸਹੂਲਤਾਂ ਅਸੀਂ ਦੇਣੀਆਂ ਨੇ ਉਹ ਤੁਹਾਡੀਆਂ ਬੰਦ ਕਰ ਦਿਆਂਗੇ, ਤਾਂ ਇਹੋ ਜਿਹੇ ਕਦਮ ਸਰਕਾਰਾਂ ਨੂੰ ਪੁੱਟਣੇ ਹੁੰਦੇ ਨੇ, ਸਰਕਾਰਾਂ ਨੇ ਚੁੱਕਣੇ ਹੁੰਦੇ ਨੇ। ਦਰਅਸਲ ਸਰਕਾਰ ਕਿੰਨੀ ਕੁ ਸੁਹਿਰਦ ਤੁਹਾਨੂੰ ਨਜ਼ਰ ਆਉਂਦੀ ਹੈ ਜਾਂ ਸਿਰਫ ਬਿਆਨਬਾਜ਼ੀ ਤੱਕ ਖਾਨਾ ਪੂਰਤੀ ਹੀ ਕੀਤੀ ਜਾਂਦੀ ਆ?
ਅੱਛੇ ਤਰੀਕੇ ਦੇ ਨਾਲ ਜਿਹੜਾ ਆ ਉਹ ਨਾ ਤਾਂ ਕੋਈ ਗਾਈਡੈਂਸ ਹੈਗੀ ਆ, ਲੋਕਾਂ ਨੂੰ ਦੱਸਿਆ ਨਹੀਂ ਜਾ ਰਿਹਾ। ਕਈ ਤਾਂ ਮੈਂ ਸ਼ਹਿਰਾਂ 'ਚ ਵੀ ਜਦੋਂ ਕਈ ਵਾਰ ਕਿਸੇ ਨਾਲ ਗੱਲ ਹੁੰਦੀ ਕਹਿੰਦਾ, ਉਹ ਕਹਿੰਦੇ ਜੀ ਪੱਤੇ ਬੜੇ ਡਿੱਗਦੇ ਆ ਤਾਂ ਕਰਕੇ ਨਹੀਂ ਕੋਈ ਅਸੀਂ ਬੂਟਾ ਜਿਹੜਾ ਆ ਉਹ ਲਾਇਆ। ਇਵੇਂ ਦੀਆਂ ਗੱਲਾਂ ਜਿਹੜੀਆਂ ਉਹ ਇਹ ਜਿੰਨਾ ਚਿਰ ਤੱਕ ਸਰਕਾਰ ਸਿਰ ਧੋ ਕੇ ਸਖਤੀ ਨਾਲ ਨਹੀਂ ਕੋਈ ਇਸ ਨੂੰ ਇੰਪਲੀਮੈਂਟ ਕਰਦੀ, ਉਹਨਾਂ ਚਿਰ ਤੱਕ ਮੁਸ਼ਕਿਲ ਆ। ਇਹ ਫਿਰ ਗੱਲਾਂ ਹੀ ਆਪਾਂ ਕਰ ਸਕਦੇ ਹਾਂ। ਦੇਖੋ ਦੋ ਫਿਰ ਤੁਸੀਂ ਦੋਵੇਂ ਗੱਲਾਂ ਨੇ, ਇੱਕ ਸਰਕਾਰ ਦੀ ਗੱਲ, ਇੱਕ ਨਿੱਜੀ ਗੱਲ ਹੈ। ਸਰਕਾਰ ਦੀ ਆਪਾਂ ਜੇ ਗੱਲ ਕਰੀਏ ਵੀ ਸਰਕਾਰ ਦੀ ਸੁਹਿਰਦਤਾ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਇੱਕ ਸਾਡੇ ਕੋਲ ਪੂਰਾ ਵਿਭਾਗ ਹੋਵੇ, ਫੋਰੈਸਟ ਡਿਪਾਰਟਮੈਂਟ ਹੋਵੇ, ਤੇ ਫਿਰ ਸਾਡਾ ਕਵਰ ਜਿਹੜਾ ਹੈਗਾ ਉਹ 4-4.5% ਹੈਗਾ। ਯਾਨੀ ਕਿ ਉੱਥੋਂ ਹੀ ਲੱਗ ਸਕਦਾ ਹੈਗਾ ਵੀ ਉਹ ਆਪਣਾ ਕੰਮ ਉਹ ਨਹੀਂ ਕਰ ਰਹੀ। ਦੂਜਾ ਹੈਗਾ ਕਿ ਮੈਂ ਮਤਲਬ ਕਿ ਲਗਾਉਣਾ ਹੈਗਾ, ਤੇ ਫਿਰ ਜੇ ਮੈਨੂੰ ਇੰਨੀ ਕੋਈ ਅਕਲ ਹੈਗੀ ਹੈ ਜਾਂ ਕਹਿ ਲਓ ਜੇ ਮਨੁੱਖ ਦੇ ਤੌਰ ਤੇ ਕਿ ਮੈਨੂੰ ਜਿਹੜੇ ਕੁਦਰਤ ਦਾ ਜਿਹੜਾ ਹੈਗਾ ਤਰੀਕਾ, ਮਤਲਬ ਕਿ ਪੱਤਝੜ ਆਉਣੀ ਹੈ, ਸਾਨੂੰ ਪਤਾ ਹੈਗਾ ਵੀ ਪੱਤਝੜ ਆਉਣੀ ਹੈ, ਪੱਤੇ ਡਿੱਗਣੇ ਹੈਗੇ ਨੇ, ਅਸੀਂ ਉਸ ਨੂੰ ਇੱਕ ਵੱਡੀ ਸਮੱਸਿਆ ਸਮਝ ਲਈਏ ਵੀ ਇਸ ਕਰਕੇ ਮੈਂ ਮਤਲਬ ਕਿ ਪੇੜ ਨਹੀਂ ਲਗਾਉਣਾ। ਮੈਂ ਇੱਕ ਉਹੀ ਕਹਿੰਦਾ ਵੀ ਲੋਕੀ ਪਤਾ ਕੀ ਸਾਹਿਬ ਹੈ ਕਹਿੰਦੇ ਨਿੰਮ ਆਪਣੇ ਅਸੀਂ ਜਾਮਨ ਦਾ ਪੇੜ ਨਹੀਂ ਲਾਉਣਾ, ਉਹਦੇ ਨਾਲ ਗਿਟਕਾਂ ਡਿੱਗਦੀਆਂ ਨੇ ਜੀ, ਜਾਂ ਫਰਸ਼ ਨੀਲਾ ਹੋ ਜਾਂਦਾ, ਇਹ ਹੋ ਜਾਂਦਾ। ਫਿਰ ਵੀ ਤੁਸੀਂ ਆਪਣੀ ਜਗ੍ਹਾ ਦੇ ਹਿਸਾਬ ਨਾਲ, ਆਪਣੀ ਮਤਲਬ ਕਿ ਉਹ ਸਹੂਲਤ ਦੇ ਹਿਸਾਬ ਨਾਲ ਤੁਸੀਂ ਹੋਰ ਬੜੇ ਪੇੜ ਨੇ, ਇਕੱਲਾ ਜਿਹੜਾ ਤੁਹਾਨੂੰ ਲੱਗਦਾ ਹੈਗਾ ਕਿ ਇਸ ਪੇੜ ਦੇ ਦੇਖੋ ਪੱਤੇ ਤਾਂ ਡਿੱਗਣ ਗਈ, ਇਹ ਤਾਂ ਨੇਚਰ ਦਾ ਇੱਕ ਨਿਯਮ ਹੀ ਹੈਗਾ। ਮਤਲਬ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਤਲਬ ਕਿ ਮਹਾਤਮਾ ਬੁੱਧ ਦੇ ਸਮੇਂ ਦੀ ਇੱਕ ਕਹਾਣੀ ਹੈਗੀ ਹੈ, ਉਹ ਇਸੇ ਤਰ੍ਹਾਂ ਦੀ। ਮਤਲਬ ਇੱਕ ਮਹਾਤਮਾ ਬੁੱਧ ਆਸ਼ਰਮ ਸੀਗਾ ਇੱਕ ਸਾਈਡ ਤੇ, ਮਤਲਬ ਕਿ ਉਹਦੇ ਚੇਲੇ ਦਾ, ਜਿਹਨੂੰ ਜੈਨ ਕਹਿੰਦੇ ਹੈਗੇ ਨੇ, ਤੇ ਨਾਲ ਦੂਜੇ ਸੀਗੇ ਲੋਕ ਰਹਿੰਦੇ। ਉਹਨਾਂ ਦੇ ਘਰੇ ਕਿਸੇ ਮਹਿਮਾਨ ਨੇ ਆਉਣਾ ਸੀ, ਉਹਨਾਂ ਨੇ ਪੂਰੀ ਸਫਾਈ ਸੂਈ ਕੀਤੀ, ਤੇ ਪੂਰੀ ਸਫਾਈ ਸੂਈ ਕਰਕੇ ਜਿਵੇਂ ਪੱਤੇ ਪੁੱਤੇ ਤੱਕ ਕੁਝ ਵੀ ਨਹੀਂ, ਮਤਲਬ ਕਿ ਉਹ, ਤੇ ਉਹਨੇ ਨਾਲ ਖੜਾ ਸੀਗਾ ਬੰਦਾ ਦੂਜਾ ਮਹਾਤਮਾ ਬੁੱਧ ਵਾਲੇ ਏਰੀਆ ਵਾਲੇ ਪਾਸੇ, ਤੇ ਉਹਨੇ ਉਹਨੂੰ ਕਿਹਾ ਕਿ ਕਿਉਂ ਵਧੀਆ ਲੱਗ ਰਿਹਾ, ਸਾਰਾ ਕੁਝ ਲੱਗ ਰਿਹਾ। ਉਹ ਕਹਿੰਦਾ ਕਿ ਬਹੁਤ ਵਧੀਆ, ਤੁਸੀਂ ਸਫਾਈ ਤਾਂ ਬੜੀ ਵਧੀਆ ਕੀਤੀ। ਅੰਦਰ ਚਲਾ ਗਿਆ, ਅੰਦਰ ਜਾ ਕੇ ਤੇ ਉਹਨੇ ਇੱਕ ਵ੍ਰਿਕਸ਼ ਥੋੜਾ ਹਿਲਾਇਆ, ਉਹਦੇ ਪੱਤੇ ਗਿਰੇ, ਕਹਿੰਦਾ ਹੁਣ ਬੜਾ ਵਧੀਆ ਲੱਗ ਰਿਹਾ। ਬਈ ਜਿਹੜੀ ਨੇਚਰ ਦਾ ਹਿੱਸਾ ਹੈਗਾ ਨਾ, ਉਹ ਨੇਚਰ ਦਾ ਯੋਗਦਾਨ ਹੈਗਾ। ਜਦ ਤੱਕ ਉਹ ਨੇਚਰ ਜਿਹੜੀ ਹੈਗੀ ਸਾਨੂੰ ਉਹਨੂੰ ਵੀ ਸਮਝਣ ਦੀ ਲੋੜ ਹੈਗੀ ਹੈ। ਉਹ ਹੁਣ ਕੌਣ ਸਮਝਾਏਗਾ? ਯਾਨੀ ਕਿ ਉਹ ਸਰਕਾਰਾਂ ਇਹ ਗੱਲਾਂ ਜਿਹੜੀਆਂ ਨੇ ਨਾ, ਮਤਲਬ ਕਿ ਨੇਚਰ ਦਾ ਕੀ ਮਹੱਤਵ ਹੈ ਜ਼ਿੰਦਗੀ ਦੇ ਵਿੱਚ, ਉਹ ਸਰਕਾਰਾਂ ਤੋਂ ਵੱਧ ਸਾਨੂੰ ਪਰਿਵਾਰਾਂ ਨੇ ਤੇ ਜਾਂ ਸਕੂਲ ਨੇ, ਮਤਲਬ ਕਿ ਸਾਡੇ ਸਕੂਲ ਦੇ ਮਤਲਬ ਕਿ ਜਿਹੜੇ ਉਹਦੇ 'ਚ ਹੈਗੀ ਹੈ। ਜਦੋਂ ਬੱਚਾ ਹੁੰਦਾ ਹੈ, ਉਹ ਕੰਮ ਜਿਹੜੇ ਆਪਾਂ ਪੇੜ ਲਗਾਉਣ ਦਾ ਕੰਮ ਕਿਸੇ ਟਾਈਮ 'ਤੇ ਸਕੂਲ ਵੀ ਕਰਵਾਉਂਦਾ ਸੀਗਾ ਬੱਚਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ। ਤੇ ਜਿਹੜਾ ਬੱਚਾ ਨੇ ਪੇੜ ਲਗਾਇਆ, ਤਾਂ ਅੱਜ ਵੀ ਅਸੀਂ ਕਹਿ ਸਕਦੇ ਵੀ ਇਸ ਸਕੂਲ 'ਚ ਮੇਰਾ ਪੇੜ ਲਾਇਆ ਹੋਇਆ ਹੈਗਾ, ਉਹਨਾਂ ਦਾ ਨਾਮ ਲਿਖਿਆ ਹੋਇਆ ਹੈ। ਬਿਲਕੁਲ ਡਾਕਟਰ ਸਾਹਿਬ, ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਸੁਸਾਇਟੀਜ਼ ਦੇ ਵਿੱਚ ਵੀ ਜਿਹੜੇ ਆ ਉਹ ਰੁੱਖ ਆਉਂਦੇ ਹੁੰਦੇ ਸੀਗੇ, ਫ੍ਰੀ ਦਿੱਤੇ ਜਾਂਦੇ ਸੀਗੇ। ਅੱਜ ਕੱਲ੍ਹ ਕਿਤੇ ਉਹ ਵੀ ਪ੍ਰਕਿਰਿਆ ਜਿਹੜੀ ਆ ਉਹ ਵੀ ਨਜ਼ਰ ਨਹੀਂ ਆਉਂਦੀ। ਰੁੱਖ ਲਗਾਉਣ ਦੀ ਗੱਲ ਕਰੀਏ, ਜਿਹੜੀ ਵੱਧ ਰਹੀ ਤਪਸ਼ਿਆ ਤੇ ਨਾਲ ਜਿਹੜੀ ਬਾਰਿਸ਼ ਨਹੀਂ ਪੈ ਰਹੀ, ਤੇ ਰੁੱਖਾਂ ਨੂੰ ਲਗਾਉਣ ਦਾ ਸਹੀ ਸਮਾਂ ਆ ਉਹ ਕਿਹੜਾ ਹੈਗਾ ਵਾ? ਦੇਖੋ ਅਸੀਂ ਇੱਕ ਮਤਲਬ ਕਿ ਤਿਉਹਾਰ ਵੀ ਰੱਖਿਆ ਬਾਹਰ, ਜਿਹਨੂੰ ਵਨ ਮਹੋਤਸਵ ਕਹਿੰਦੇ ਹੈਗੇ ਨਾ, ਵਨ ਮਹੋਤਸਵ ਦਾ ਤਿਉਹਾਰ ਉਸੇ ਬਿਲਕੁਲ ਉਹਨਾਂ ਤਰੀਕਾਂ ਦੇ ਨਾਲ ਹੀ ਜੋੜਿਆ ਹੋਇਆ ਹੈਗਾ ਵੀ ਜਿਨ੍ਹਾਂ ਦਿਨਾਂ ਦੇ ਵਿੱਚ ਮਤਲਬ ਕਿ ਜਿਹੜਾ ਹੈ ਉਹ ਰੁੱਖ ਲਾਏ ਜਾ ਸਕਦੇ ਹੈਗੇ ਨੇ। ਤੇ ਮਤਲਬ ਕਿ ਉਹੀ ਮੈਂ ਕਹਿੰਦਾ ਵੀ ਜਿਹੜਾ ਆਪਾਂ ਫਿਰ ਫੋਰੈਸਟ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਜਾਂ ਉਸ ਤਿਉਹਾਰ ਦੀ ਗੱਲ ਕਰਦੇ ਹਾਂ, ਅਸੀਂ ਤਿਉਹਾਰ ਦੀ ਮਤਲਬ ਕਿ ਫੋਟੋਆਂ ਖਿਚਾਉਣ ਵਾਸਤੇ ਤਿਉਹਾਰ ਰੱਖੇ ਹੋਏ ਹੈਗੇ ਨੇ, ਅਸੀਂ ਉਹ ਫੋਟੋ ਖਿਚਵਾ ਲੈਂਦੇ ਹਾਂ ਸਾਰੇ। ਮਤਲਬ ਕਿ ਜੇ ਮੈਂ ਗੱਲ ਕਰਦਾ ਕਿ ਮੇਰੇ ਕੋਲ ਚਲੋ ਕੈਲਕੂਲੇਸ਼ਨ ਤਾਂ ਨਹੀਂ ਹੈਗੀ ਵੀ ਅੱਜ ਤੱਕ ਇੰਨੇ ਸਾਰੇ 70 ਸਾਲਾਂ ਦੇ ਜਦੋਂ ਦਾ ਫੋਰੈਸਟ ਡਿਪਾਰਟਮੈਂਟ ਬਣਿਆ ਵੀ ਕਿੰਨੇ ਮਤਲਬ ਕਿ ਪੇੜ ਹਰ ਸਾਲ ਹਰੇਕ ਕੋਈ ਕਲੇਮ ਕਰਦਾ ਹੈ। NGO ਵੀ ਕਲੇਮ ਕਰਦੀਆਂ ਨੇ, ਕਈ ਬੰਦੇ ਸਪੈਸ਼ਲੀ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ ਉਹ ਵੀ ਕਲੇਮ ਕਰਦੇ ਨੇ ਵੀ ਮੈਂ ਇਸ ਸਾਲ 1 ਲੱਖ ਰੁੱਖ ਲਾਤੇ, ਕੋਈ ਕਹਿੰਦਾ ਮੈਂ ਨਹੀਂ ਲਾਤੇ। ਤੇ ਆਪਾਂ ਜੇ ਸਾਰੇ ਰੁੱਖਾਂ ਦੀ ਕੈਲਕੂਲੇਸ਼ਨ ਕਰੀਏ ਤਾਂ ਆਪਾਂ ਨੂੰ ਲੱਗਦਾ ਕਿ ਵੀ ਮੈਨੂੰ ਲੱਗਦਾ ਵੀ ਝੋਨੇ ਵਾਸਤੇ ਜ਼ਮੀਨ ਵੀ ਨਹੀਂ ਬਚਣੀ ਚਾਹੀਦੀ, ਇੰਨੇ ਰੁੱਖ ਮਤਲਬ ਕਿ ਉਹ ਬਣ ਜਾਂਦੇ ਨੇ ਜੇ ਸੱਚੀ ਮੁੱਚੀ ਉਹ ਲੱਗੇ ਹੋਣ ਤਾਂ ਆਪਾਂ ਉੱਥੋਂ ਵੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ। ਬਾਕੀ ਜਿਹੜੀ ਤਪਸ਼ ਦੀ ਗੱਲ ਕੀਤੀ ਹੈ, ਇਹ ਤਪਸ਼ ਜਿਹੜੀ ਹੈਗੀ ਹੈ ਉਹ ਬਿਲਕੁਲ ਪੇੜਾਂ ਨਾਲ ਤਾਂ ਜੁੜਦੀ ਹੋਈ ਹੈ, ਉਹ ਦਰਅਸਲ ਜੁੜਦੀ ਹੈਗੀ ਹੈ ਕਾਰਬਨ ਡਾਈਆਕਸਾਈਡ ਨਾਲ। ਉਹ ਕਾਰਬਨ ਡਾਈਆਕਸਾਈਡ ਜਿੰਨੀ ਵਧੀ ਜਾਊਗੀ ਉਹ ਤਪਸ਼ ਵਧੂਗੀ। ਆਪਾਂ ਇਹਨੂੰ ਜਿਹਨੂੰ ਗ੍ਰੀਨ ਹਾਊਸ ਇਫੈਕਟ ਬੋਲਦੇ ਹੈਗੇ ਨਾ, ਉਹ ਇਫੈਕਟ ਹੈਗਾ। ਤੇ ਉਹ ਜਦੋਂ ਤਪਸ਼ ਵਧੂਗੀ ਤਾਂ ਫਿਰ ਜਿਹੜੀ ਮੈਂ ਗੱਲ ਕੀਤੀ ਕਿ ਉਹਦਾ ਫਿਰ ਬੜਾ ਜਿਹੜਾ ਵਾਈਡ ਇਫੈਕਟ ਪੈਂਦਾ ਹੈ ਸਾਰੇ ਵਰਲਡ ਦੇ ਵਿੱਚ। ਉਹਦੇ ਵਿੱਚ ਜਦੋਂ ਆਪਾਂ ਗਲੇਸ਼ੀਅਰ ਦੀ ਗੱਲ ਕਰਦੇ ਹਾਂ, ਸਾਡੇ ਮੌਸਮਾਂ ਦੀ ਗੱਲ ਕਰਦੇ ਹਾਂ, ਮੌਸਮ ਬਦਲਦੇ ਹੈਗੇ ਨੇ, ਉਹ ਪਾਣੀ ਦਾ ਜਿਹੜਾ ਮਤਲਬ ਕਿ ਇਵੈਪੋਰੇਸ਼ਨ ਹੈਗੀ ਹੈ ਸਮੁੰਦਰਾਂ ਤੋਂ, ਉਹਦੀ ਗੱਲ ਕਰਦੇ ਹਾਂ। ਫਿਰ ਉਸੇ ਕਰਕੇ ਉਹ ਫਿਰ ਉਲਟ ਟਾਈਮ ਦੇ ਉੱਤੇ ਉਹਦੀ ਵੈਪੋਰੇਸ਼ਨ ਹੁੰਦੀ ਹੈ, ਫਿਰ ਉਲਟ ਟਾਈਮ 'ਤੇ ਉਹ ਬੱਦਲ ਬਣਦੇ ਆ, ਅਤੇ ਫਿਰ ਉਹ ਮੀਂਹ ਦੀ ਗੱਲ ਹੈਗੀ ਆ। ਤਾਂ ਇਸ ਕਰਕੇ ਇਹ ਜਿਹੜਾ ਚੱਕਰ ਹੈਗਾ ਸਾਰਾ ਦਾ ਸਾਰਾ ਸਾਈਕਲ ਹੈਗੀ। ਆਪਾਂ ਓਜ਼ੋਨ ਲੇਅਰ ਦੀ ਗੱਲ ਕਰਦੇ ਹਾਂ, ਓਜ਼ੋਨ ਲੇਅਰ ਦੇ ਵਿੱਚ ਉਹਦੀ ਓਜ਼ੋਨ ਆ ਰਹੀ ਹੈਗੀ ਹੈ, ਉਹਦੇ ਨਾਲ ਸਾਡੀ ਬਿਮਾਰੀਆਂ ਦੀ ਮਤਲਬ ਕਿ ਵੱਧ ਰਹੀ ਹੈਗੀ ਹੈ। ਅਤੇ ਉਸੇ ਨਾਲ ਹੀ ਆਪਣੀ ਓਜ਼ੋਨ ਲੇਅਰ ਨੂੰ ਮਤਲਬ ਕਿ ਖਰਾਬ ਕਰਨ ਦੇ ਵਿੱਚ ਅਸੀਂ ਵੀ ਜਿਹੜੇ ਹੈਗੇ ਨੇ, ਜਿਹੜੀ ਆਪਾਂ AC ਦੀ ਗੱਲ ਕਰੀਏ ਉਹਦੇ 'ਚ ਅਸੀਂ ਉਹ ਆਪਣਾ ਹਿੱਸਾ। ਹਾਂਜੀ, ਅੱਜ ਕੱਲ੍ਹ AC ਵੀ ਡਾਕਟਰ ਸਾਹਿਬ ਬਹੁਤ ਜ਼ਿਆਦਾ ਹਰੇਕ ਘਰ ਦੇ ਕਮਰੇ ਦੇ ਵਿੱਚ AC ਜਿਹੜਾ ਆ ਉਹ ਹੈਗਾ ਆ। ਅਸੀਂ ਸਮੁੱਚੇ ਵਾਤਾਵਰਨ ਦੀ ਗੱਲ ਕਰ ਰਹੇ ਹਾਂ, ਅਸੀਂ ਕੋਈ ਚੀਜ਼ ਵੀ ਖਾਂਦੇ ਹਾਂ
ਤਾਂ ਉਹ ਵੀ ਕਿਤੇ ਨਾ ਕਿਤੇ ਅਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਸੁੱਟ ਕੇ ਚਲੇ ਜਾਂਦੇ, ਉਹ ਵੀ ਵਾਤਾਵਰਨ ਦਾ ਹੀ ਹਿੱਸਾ ਆ ਕਿ ਉਹ ਵੀ ਜਿਹੜਾ ਆ ਉਹ ਖਰਾਬ ਕਰਦਾ ਵਾਤਾਵਰਨ ਨੂੰ। ਸੋ ਇਹ ਚੀਜ਼ਾਂ ਵੀ ਬੜੀਆਂ ਸੋਚਣ ਵਾਲੀਆਂ ਹੈਗੀਆਂ ਨੇ। ਨਹੀਂ ਮੈਂ ਤਾਂ ਇਹ ਮਨੁੱਖੀ ਜੋ ਗੱਲ ਹੈਗੀ ਵੀ ਅਸੀਂ ਵਾਤਾਵਰਨ ਨੂੰ ਪਹਿਲਾਂ ਖਰਾਬ ਕੀਤਾ, ਫਿਰ ਅਸੀਂ ਗਰਮੀ ਵਧਾ ਲਈ, ਫਿਰ ਗਰਮੀ ਵਧਾ ਲਈ, ਤੇ ਫਿਰ ਗਰਮੀ ਵਧਾਉਣ ਦੇ ਵਾਸਤੇ ਹੁਣ ਜਿਹੜਾ ਇੱਕ ਹੋਰ ਸਾਡੇ ਸਮਾਜ ਦੇ ਵਿੱਚ ਹੈਗਾ ਜਿਹੜਾ ਬਿਜ਼ਨਸਮੈਨ, ਜੋ ਸਰਮਾਏਦਾਰ ਜਾਂ ਇੰਡਸਟਰੀਲਿਸਟ ਹੈਗਾ, ਤੇ ਉਹ ਤਾਂ ਹਰ ਰੋਜ਼ ਖੋਜ ਕਰ ਰਿਹਾ ਹੈਗਾ ਵੀ ਵਧੀਆ ਤੋਂ ਵਧੀਆ, ਮਤਲਬ ਕਿ ਜਿਵੇਂ ਏਅਰ ਖਰਾਬ ਕਰਤੀ ਤੁਸੀਂ ਏਰੀਫਾਇਰ, ਵਾਟਰ ਖਰਾਬ ਕਰਤਾ ਤਾਂ ਵਾਟਰ ਫਿਲਟਰ ਲਾ ਦਿਓ। ਉਵੇਂ ਮਤਲਬ ਗਰਮੀ ਵੱਧ ਰਹੀ ਹੈ ਤੇ ਏਸੀ ਦੀ ਗੱਲ ਹੈਗੀ ਹੈ, ਹਰ ਸਾਲ ਏਸੀ ਮਤਲਬ ਕਿ ਨਵੇਂ ਤੋਂ ਨਵਾਂ ਏਸੀ ਨਿਕਲ ਰਿਹਾ ਹੈਗਾ, ਹੈ ਨਾ। ਉਹ ਇਹ ਕਹਿ ਕੇ ਕਿ ਵੀ ਇਹ ਘੱਟ ਮਤਲਬ ਕਿ ਜਿਹੜੀ ਹੈਗੀ ਹੈ CH4 ਮਤਲਬ ਕਿ ਕਾਰਬਨ ਜਿਹੜੀ ਹਾਈਡਰੋਫਲੋਰੋਸੀਨ ਹੈਗੀ ਹੈ ਜਿਹੜੀ ਵਾਤਾਵਰਨ ਨੂੰ ਖਰਾਬ ਕਰਦੀ ਹੈ, ਉਹ ਘੱਟ ਨਿਕਲਦੀ ਹੈ, ਇਸ ਕਰਕੇ ਸਾਡਾ ਏਸੀ ਲਓ। ਤੇ ਤੁਸੀਂ ਦੇਖੋ ਵੀ ਜਿੰਦੇ ਕੋਲ ਵੀ ਜਦੋਂ ਵੀ 4 ਪੈਸੇ ਆਉਂਦੇ ਨੇ, ਪਹਿਲਾਂ ਮਤਲਬ ਕਿ ਉਹ ਸੋਚਦਾ ਵੀ ਇਹ ਗਰਮੀਆਂ ਦਾ 2 ਮਹੀਨੇ ਕੱਟ ਲਈਏ, ਤੇ ਉਹ ਫਿਰ ਏਸੀ ਵੱਲ ਫਸੇ ਜਾਂਦਾ ਹੈਗਾ। ਤਾਂ ਉਹ ਏਸੀ ਜਿਹੜਾ ਹੈਗਾ ਉਹ ਸਗੋਂ ਸਮੱਸਿਆ ਇਹ ਠੀਕ ਹੈ ਕਿ ਸਾਡੀ 2 ਘੰਟਿਆਂ ਵਾਸਤੇ 4 ਘੰਟਿਆਂ ਵਾਸਤੇ ਉਹ ਠੰਡਕ ਪਹੁੰਚਾਉਂਦਾ ਹੈਗਾ, ਉਹ ਜਿੰਨਾ ਐਡ ਅਪ ਕਰਦਾ ਹੈਗਾ ਅਸੀਂ ਉਸ ਟੈਂਪਰੇਚਰ ਨੂੰ ਇੰਨਾ ਵਧਾ ਲੈਂਦੇ ਹਾਂ। ਸਗੋਂ ਤੁਸੀਂ ਕਦੇ ਮਤਲਬ ਕਿ ਏਸੀ ਦੇ ਬਾਹਰ ਉਹਦੇ ਟੱਪ ਕੇ ਦੇਖੋ, ਜਿੱਥੇ ਉਹ ਲੱਗਿਆ ਹੋਇਆ ਹੁੰਦਾ ਏਸੀ ਦਾ, ਮਤਲਬ ਕਿ ਜਿੱਥੋਂ ਦੀ ਹਵਾ ਬਾਹਰ ਨਿਕਲਦੀ ਹੁੰਦੀ ਹੈ ਉਹ ਕਿੰਨੀ ਗਰਮ ਹੁੰਦੀ ਹੈ। ਤਾਂ ਅਸਲ 'ਚ ਉਹ ਗਰਮੀ ਅਸੀਂ ਵਧਾ ਰਹੇ ਹੁੰਦੇ ਹੈਗੇ, ਹੈ ਨਾ। ਤਾਂ ਉਹੀ ਗੱਲ, ਪਰ ਸਾਨੂੰ ਇਹ ਲੱਗਦਾ ਕਿ ਸਾਡੇ ਇੱਕ ਜਿਹੜੀ ਹੋਰ ਮਾਨਸਿਕਤਾ ਹੈਗੀ, ਜੇ ਮੈਂ ਕਹਾਂਗੀ ਮੈਂ ਏਸੀ ਨਹੀਂ ਲਾਉਂਦਾ, ਮੈਂ ਏਸੀ ਨਹੀਂ ਚਲਾਉਂਦਾ, ਉਹ ਕਹਿੰਦੇ ਤੁਹਾਡੇ ਇੱਕ ਨਾਲ ਕੀ ਫਰਕ ਪੈਂਦਾ ਹੈਗਾ, ਇੰਨੇ ਸਾਰੇ ਏਸੀ ਲੱਗੇ ਹੋਏ ਆ। ਇਹ ਕੀ ਜਿਹੜੀ ਮਾਨਸਿਕਤਾ ਨਾ ਕਿ ਮੇਰੇ ਇਕੱਲੇ ਨਾਲ ਕੀ ਫਰਕ ਪੈਂਦਾ ਜਾਂ ਤੁਹਾਡੇ ਇਕੱਲੇ ਨਾਲ ਕੀ ਫਰਕ ਪੈਂਦਾ, ਵੀ ਤੁਸੀਂ ਵੀ ਇਸ 'ਚ ਮਤਲਬ ਕਿ ਚਲਾਇਆ ਕਰੋ ਏਸੀ, ਵਧੀਆ ਕੰਫਰਟੇਬਲ ਰਹਿ ਜਾਂਦਾ, ਵਧੀਆ ਠੀਕ ਹੁੰਦਾ ਹੈਗਾ, ਠੀਕ ਹੈ ਸਾਰੀ ਗੱਲਾਂ। ਪਰ ਉਹ ਗੱਲ ਹੋਈ, ਮੈਂ ਕਹਿੰਦੀ ਅਲਟੀਮੇਟਲੀ ਜਿਹੜਾ ਹੈਗਾ ਤੁਹਾਡਾ ਮਨੁੱਖੀ ਵਾਤਾਵਰਨ, ਜਿਹੜੀ ਮੈਂ ਗੱਲ 'ਚ ਕਹੀ ਸੀ ਵੀ ਸਾਨੂੰ ਉਸ ਮਨੁੱਖੀ ਵਾਤਾਵਰਨ ਦੀ ਉਹਦੀ ਮਾਨਸਿਕਤਾ, ਉਹਦੀ ਸਮਝ ਜਿਹੜੀ ਬਣ ਰਹੀ ਹੈਗੀ ਹੈ, ਉਹਦੇ 'ਤੇ ਵੀ ਇੱਕ ਵੱਖਰੇ ਤੌਰ 'ਤੇ ਗੱਲ ਕਰਨ ਦੀ ਲੋੜ ਹੈਗੀ ਹੈ। ਵੀ ਅਸੀਂ ਇਕੱਲਾ ਵਾਤਾਵਰਨ ਦੀ ਗੱਲ ਨਹੀਂ ਹੈਗੀ ਹੈ, ਹੋਰ ਵੀ ਕਿੰਨੀਆਂ ਜਿੰਨੀਆਂ ਵੀ ਸਮੱਸਿਆ ਨੇ, ਉਹਦੇ 'ਚ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਉਸ ਸ਼ਖਸੀਅਤ ਦਾ ਹਿੱਸਾ ਹੈਗਾ, ਜਿਹੜੀ ਸ਼ਖਸੀਅਤ ਅਸੀਂ ਅੱਜ ਸਮਾਜ ਵਿੱਚ ਉਸਰਦੀ ਹੋਈ ਦੇਖ ਰਹੇ ਹੈਗੇ। ਜੀ ਬਿਲਕੁਲ। ਡਾਕਟਰ ਸਾਹਿਬ, ਇੱਕ ਪਰਿਵਾਰ ਜਿਹੜਾ ਆ ਉਹ ਜੇ 5 ਜੀ ਰਹਿੰਦੇ ਆ, ਤਾਂ ਕਿੰਨੇ ਰੁੱਖ ਜਿਹੜੇ ਆ ਉਹ ਘਰ ਦੇ ਵਿੱਚ ਲਗਾਉਣੇ ਜ਼ਰੂਰੀ ਹੈਗੇ, ਜਿਹੜੇ ਘੱਟੋ ਘੱਟ ਉਹਨਾਂ ਦੀ ਆਕਸੀਜਨ ਦੀ ਪੂਰਤੀ ਕਰ ਸਕਣ ਤੇ ਵਾਤਾਵਰਨ ਵੀ ਉਹਦੇ ਨਾਲ ਠੀਕ ਰਹਿ ਸਕੇ? ਦੇਖੋ ਲਗਭਗ ਮਤਲਬ ਕਿ 2 ਕੁ ਜਿਹੜੇ ਉਹ ਗੱਲ ਹੋਈ ਨਾ ਵੀ ਵ੍ਰਿਕਸ਼ ਕਿਹੜੇ ਲਗਾਉਣੇ ਹੈਗੇ ਨੇ। ਗੱਲ ਹੈਗੀ ਹੈ ਕਿ ਤੁਸੀਂ ਜੇ ਵ੍ਰਿਕਸ਼ ਲਗਾਉਣੇ ਹੈ, ਜਿਵੇਂ ਆਪਾਂ ਗੱਲ ਕੀਤੀ ਹੈ ਪੀਪਲ ਦੀ, ਹੁਣ ਪੀਪਲ ਦਾ ਤਾਂ ਇੱਕ ਪੇੜ ਹੀ ਕਾਫੀ ਹੈਗਾ ਮਤਲਬ ਕਈਆਂ ਘਰਾਂ ਨੂੰ ਮਤਲਬ ਕਿ ਕਰਨ ਵਾਸਤੇ। ਪਰ ਮਤਲਬ ਕਿ ਘਰ ਦੇ ਅੰਦਰ ਵੀ ਅਸੀਂ ਮਤਲਬ ਕਿ ਛੋਟੇ ਛੋਟੇ ਜਿਹੜੇ ਪਲਾਂਟ ਹੈਗੇ ਨੇ, ਐਲੋਵੇਰਾ ਦਾ ਇੱਕ ਮਤਲਬ ਕਿ ਪਲਾਂਟ ਹੈਗਾ, ਉਹਦੇ ਪੱਤਿਆਂ ਵਾਲਾ ਪਲਾਂਟ ਵੀ ਆਉਂਦਾ ਹੈਗਾ। ਅਸੀਂ ਘਰ ਦੇ ਅੰਦਰ ਤੁਲਸੀ ਵੀ ਲਗਾ ਸਕਦੇ ਹਾਂ, ਅਸੀਂ ਘਰ ਦੇ ਅੰਦਰ ਮਨੀ ਪਲਾਂਟ ਵੀ ਲਗਾ ਸਕਦੇ ਹਾਂ, ਅਸੀਂ ਘਰ ਦੇ ਅੰਦਰ ਮਤਲਬ ਕਿ ਜਿਹੜਾ ਹੈਗਾ ਪਾਮ ਦੇ ਮਤਲਬ ਕਿ ਬੂਟੇ ਵੀ ਆਉਂਦੇ ਨੇ, ਉਹ ਵੀ ਲਗਾ ਸਕਦੇ ਹੈਗੇ ਆ। ਤਾਂ ਉਹ ਜਿਹੜੇ ਹੈਗੇ ਨੇ ਮਤਲਬ ਕਿ ਉਹਨਾਂ ਦੇ ਨਾਲ ਮਤਲਬ ਕਿ ਸਾਨੂੰ ਆਪਣੇ ਘਰ ਜੋਗੀ ਆਕਸੀਜਨ, ਇਹ ਇੰਡੋਰ ਪਲਾਂਟਸ ਵੀ ਮਤਲਬ ਕਿ ਅਵੇਲੇਬਲ ਹੈਗੇ ਨੇ। ਘਰ ਦੇ ਅੰਦਰ ਜਿਹੜੀ ਥੋੜ੍ਹੀ ਥਾਂ ਹੈਗੀ, ਉਸ 'ਚ ਫਰੂਟ ਦੇ ਪਲਾਂਟ ਲਗਾ ਸਕਦੇ ਹਾਂ, ਜਿਵੇਂ ਅਸੀਂ ਅਮਰੂਦ ਦਾ ਪਲਾਂਟ, ਜਿਹੜੇ ਛੋਟੇ ਮਤਲਬ ਕਿ 4-5 ਫੁੱਟ ਹਾਈਟ ਦੇ ਫੁੱਟ ਹੁੰਦੇ ਨੇ, ਅਨਾਰ ਦਾ ਬੂਟਾ ਹੈਗਾ, ਹੈਗਾ ਆਮਲੇ ਦਾ ਬੂਟਾ ਹੈਗਾ, ਇੱਥੋਂ ਤੱਕ ਕਿ ਆਪਣੇ ਨਿੰਬੂ ਦਾ ਬੂਟਾ ਹੈਗਾ। ਨਾਲੇ ਅਸੀਂ ਘਰ ਦੇ 'ਚ ਉਹਦਾ ਇਸਤੇਮਾਲ ਵੀ ਕਰ ਸਕਦੇ ਹਾਂ, ਨਾਲੇ ਉਸ 'ਤੇ ਆਕਸੀਜਨ ਵੀ ਲੈ ਸਕਦੇ ਹਾਂ। ਜੀ ਡਾਕਟਰ ਸਾਹਿਬ, ਲਾਸਟ ਦੇ ਉੱਤੇ ਕੀ ਕਹਿਣਾ ਚਾਹੋਗੇ ਸਮੁੱਚੇ ਵਿਸ਼ਵ ਦੇ ਵਿੱਚ ਦਰਸ਼ਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ, ਕਿ ਵਾਤਾਵਰਨ ਨੂੰ ਦਰੁਸਤ ਕਰਨ ਵਾਸਤੇ ਕਿਵੇਂ ਸਾਨੂੰ ਕੀ ਇਨੀਸ਼ੀਏਟਿਵ ਜਿਹੜਾ ਆ ਉਹ ਲੈਣਾ ਪਏਗਾ? ਦੇਖੋ ਐਤਕੀ ਜਿਹੜਾ 5 ਜੂਨ ਨੂੰ ਵਿਸ਼ਵ ਪੱਧਰ ਦੇ ਉੱਤੇ ਮੈਂ ਦੱਸਿਆ ਵੀ ਜਿਹੜਾ ਇਹ ਹੁਣ ਦਿਨ ਮਨਾਇਆ ਜਾਂਦਾ, ਤੇ ਵਿਸ਼ਵ ਪੱਧਰ 'ਤੇ ਇਹ ਮਨਾਇਆ ਗਿਆ ਐਤਕੀ ਸਵੀਡਨ ਦੇ ਵਿੱਚ। ਤੇ ਉਹਨਾਂ ਨੇ ਮਤਲਬ ਕਿ ਕਿਸ ਗੱਲ ਦੇ ਉੱਤੇ ਚਰਚਾ ਕੀਤੀ? ਚਰਚਾ ਇਹ ਕੀਤੀ ਕਿ ਸਾਡੇ ਕੋਲ ਸਿਰਫ ਇੱਕੋ ਹੀ ਧਰਤੀ ਹੈ। ਯਾਨੀ ਕਿ ਇਹ ਆਪਾਂ ਕਹਿ ਸਕਦੇ ਹਾਂ ਕਿ ਵੀ ਚਲੋ UNO ਨੂੰ ਇਹ ਦਿਨ ਮਨਾਉਂਦੇ 50 ਸਾਲ ਹੋ ਗਏ, ਤੇ ਉਹਨਾਂ ਨੂੰ 50 ਸਾਲ ਬਾਅਦ ਅੱਜ ਚੇਤੇ ਆਇਆ ਵੀ ਸਾਡੇ ਕੋਲ ਇੱਕ ਧਰਤੀ ਹੈਗੀ ਹੈ। ਤੇ ਜਦੋਂ ਕਿ ਮਤਲਬ ਕਿ ਇਹ ਗੱਲ ਸਾਨੂੰ ਹਰ ਰੋਜ਼ ਮਹਿਸੂਸ ਕਰਨ ਵਾਲੀ ਗੱਲ ਹੈ, ਤੇ ਸ਼ੁਰੂ ਤੋਂ ਹੀ ਮਹਿਸੂਸ ਅਸੀਂ ਕਰਦੇ ਰਹੇ ਹਾਂ। ਇੱਕ ਧਰਤੀ ਹੈ ਜੀ, ਗੱਲ ਤੱਕ ਸੀਮਤ ਨਹੀਂ ਹੈਗੀ ਵੀ ਇੱਕ ਧਰਤੀ ਹੈਗੀ, ਠੀਕ ਹੈ। ਵੀ ਅਸੀਂ ਹੁਣ ਕੋਈ ਕਹਿ ਸਕਦਾ ਕਿ ਮੇਰੇ ਤੋਂ ਕੋਲ 4 ਪੈਸੇ ਹੈਗੇ ਨੇ, ਮੈਂ ਤਾਂ ਚੰਦਰਮਾ 'ਤੇ ਹੁਣ ਅਸੀਂ ਲੱਭ ਜਾਂਦੇ ਹਾਂ, ਸ਼ੁਕਰ ਗ੍ਰਹਿ 'ਤੇ ਲੱਭ ਹੀ ਜਾਂਦੇ ਹਾਂ, ਉੱਥੇ ਕੋਈ ਬਸਤੀ ਬਣ ਜੂਗੀ ਤਾਂ ਮੈਂ ਉੱਥੇ ਚੱਲ ਜੂੰਗਾ, ਹੈ ਨਾ। ਕੋਈ ਜਾ ਸਕਦਾ, ਜਿਵੇਂ ਮੈਂ ਕਿਹਾ ਵੀ ਇੱਥੇ ਅੰਮ੍ਰਿਤਸਰ ਦੇ 'ਚ ਮੈਂ ਕਹੂੰਗਾ ਕਿ ਮੇਰੇ ਕੋਲੋਂ ਮਤਲਬ ਕਿ ਥੋੜ੍ਹੇ ਜਿਹੇ ਵੱਧ ਪੈਸੇ ਆ ਗਏ ਤਾਂ ਮੈਂ ਰਣਜੀਤ ਐਵੀਨਿਊ ਸ਼ਿਫਟ ਕਰ ਜੂੰਗਾ, ਹੈ ਨਾ। ਵੀ ਇੱਥੇ ਤਾਂ ਮਤਲਬ ਕਿ ਪੋਲਿਊਸ਼ਨ ਵੱਧ ਹੈਗਾ। ਇਹ ਕੋਈ ਹੱਲ ਨਹੀਂ ਹੈਗਾ। ਸਵਾਲ ਹੈਗਾ ਕਿ ਸਾਨੂੰ ਸਮੁੱਚਤਾ ਵਿੱਚ ਗੱਲ ਫਿਰ ਨੂੰ ਮਤਲਬ ਕਿ ਸਮਝਣ ਦੀ ਲੋੜ ਹੈਗੀ ਹੈ ਵੀ ਇਕੱਲੇ ਤੁਸੀਂ ਸ਼ਿਫਟ ਕਰ ਜਾਓਗੇ ਤਾਂ ਮਤਲਬ ਕਿ ਤੁਹਾਨੂੰ ਪੇੜ ਵੀ ਚਾਹੀਦੇ ਨੇ, ਤੁਹਾਨੂੰ ਵਧੀਆ ਪਾਣੀ ਵੀ ਚਾਹੀਦਾ ਹੈ। ਸਾਰਿਆਂ ਦੀ ਆਪਾਂ ਇੱਕ ਪਰਿਵਾਰ ਦੇ ਤੌਰ 'ਤੇ ਕੁਦਰਤ ਨੂੰ ਪਰਿਵਾਰ ਸਮਝਣ ਦੀ ਜਿਹੜੀ ਹੈਗੀ ਆ, ਉਹ ਸੋਚ ਵੱਲ ਸਾਨੂੰ ਹੌਲੀ ਹੌਲੀ ਵਧਣਾ ਪਊਗਾ। ਚੀਜ਼ਾਂ ਕੱਢਣ ਦੇ ਵੱਲ ਅਸੀਂ ਠੀਕ ਹੈ ਕਿ ਬਹੁਤ ਵਧੀਆ ਸਾਡੇ ਕੋਲ ਹੁਣ ਖੋਜ ਜਾਰਥੀ ਹੈਗੇ ਨੇ, ਖੋਜ ਕਰ ਰਹੇ ਹੈਗੇ ਆ। ਜਿਵੇਂ ਮੈਂ ਕਿਹਾ ਵੀ 에ਅਰ ਪਿਉਰੀਫਾਇਰ ਵੀ ਹੈਗਾ, ਵਾਟਰ ਪਿਉਰੀਫਾਇਰ ਵੀ ਹੈਗਾ, ਠੰਡ ਦੇ ਵਾਸਤੇ AC ਵੀ ਹੈਗਾ, ਗਰਮੀ ਦੇ ਵਾਸਤੇ ਹੀਟਰ ਵੀ ਹੈਗੇ ਨੇ, ਸਾਰਾ ਕੁਝ ਹੈਗਾ। ਤਾਂ ਉਹ ਸਾਰੇ ਸਿਸਟਮ ਤਾਂ ਅਸੀਂ ਕੱਢ ਸਕਦੇ ਹੈਗੇ, ਹੈਗੀ ਸਾਡੀ ਸਮਰੱਥਾ। ਇਹ ਸਮਰੱਥਾ ਹੈਗੀ ਆ ਤਾਂ ਅਸੀਂ ਮਤਲਬ ਕਿ ਉੱਥੋਂ ਕਰੀਏ ਵੀ ਸਾਨੂੰ
ਮਤਲਬ ਕਿ ਕੁਦਰਤ ਨਾਲ ਰਹਿਣਾ ਸਿੱਖਣ ਦੀ ਜਿਹੜੀ ਹੈਗੀ ਨਾ ਉਹ ਸਮਰੱਥਾ ਪੈਦਾ ਕਰਨ ਦੀ ਲੋੜ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦਰਸ਼ਕੋ, ਤੁਸੀਂ ਸੁਣਿਆ ਕਿ ਕਿਵੇਂ ਅਸੀਂ ਜਿਹੜਾ ਆ ਉਹ ਵਾਤਾਵਰਨ ਨੂੰ ਖਰਾਬ ਕਰ ਰਹੇ ਹਾਂ। ਅਸੀਂ ਖੁਦ ਜਿਹੜਾ ਆ ਦੂਜੇ ਵੱਲ ਵੇਖਣ ਦੇ ਨਾਲੋਂ ਚੰਗਾ ਆ ਕਿ ਖੁਦ ਜਿਹੜਾ ਆ ਉਹ ਇਨੀਸ਼ੀਏਟਿਵ ਲਈਏ ਕਿ ਮੈਂ ਇੰਨੇ ਜਿਹੜੇ ਰੁੱਖ ਆ ਉਹ ਹਰ ਸਾਲ ਜਿਹੜੇ ਆ ਉਹ ਲਗਾਉਣੇ ਆ। ਅਤੇ ਇਸ ਤਰੀਕੇ ਨਾਲ, ਕਿਉਂਕਿ ਅਸੀਂ ਜਿਵੇਂ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਪਿਓਰੀਫਾਈਡ ਦੀ, ਹਰੇਕ ਚੀਜ਼ ਜਿਹੜੀ ਆ ਉਹ ਅਸੀਂ ਛਾਣ ਕੇ ਪੁਣ ਕੇ ਜਿਹੜੀ ਆ ਉਹ ਪੀ ਰਹੇ ਹਾਂ। ਹਰੇਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਉਹ ਲੈ ਰਹੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਪਿੱਛੇ ਹਾਂ। ਸਿਆਲ ਦੀ ਗੱਲ ਕਰੀਏ ਤਾਂ ਬਹੁਤ ਘੱਟ ਸਮਾਂ, 1.5 ਕੁ ਮਹੀਨਾ ਹੀ ਜ਼ਿਆਦਾ ਠੰਡ ਜਿਹੜੀ ਉਹ ਪੈਂਦੀ ਆ, ਜ਼ਿਆਦਾ ਟਾਈਮ ਜਿਹੜੀ ਉਹ ਤਪਸ਼ ਹੀ ਰਹਿੰਦੀ ਆ। ਉਹ ਕਾਰਨ ਇਹੀ ਆ ਕਿ ਕਿਤੇ ਨਾ ਕਿਤੇ ਅਸੀਂ ਵਾਤਾਵਰਨ ਨੂੰ ਬੜਾ ਬੁਰੀ ਤਰ੍ਹਾਂ ਦੇ ਨਾਲ ਅਤੇ ਬੜੀ ਤੇਜ਼ੀ ਨਾਲ ਦੂਸ਼ਿਤ ਜਿਹੜਾ ਆ ਉਹ ਕਰ ਰਹੇ ਹਾਂ। ਸੋ ਆਪਣੇ ਅੰਦਰ ਆਓ ਝਾਤ ਮਾਰੀਏ ਅਤੇ ਰੁੱਖ ਵੱਧ ਤੋਂ ਵੱਧ ਜਿਹੜੇ ਆ ਉਹ ਲਗਾਈਏ। ਹੋਰ ਸਾਫ਼ ਸਫਾਈ ਦਾ ਪ੍ਰਬੰਧ ਵੀ ਕਰੀਏ। ਕੋਈ ਚੀਜ਼ ਖਾਂਦੇ ਹਾਂ ਉਹ ਕਿਤੇ ਅਜਿਹੇ ਥਾਂ 'ਤੇ ਨਾ ਸੁੱਟੀਏ, ਕੋਈ ਡਸਟਬਿਨ ਆ ਉਹਦੇ ਵਿੱਚ ਪਾਈਏ। ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਆਲਾ ਦੁਆਲਾ ਸਾਰਾ ਜਿਹੜਾ ਆ ਉਸ ਨੂੰ ਸਹੀ ਅਤੇ ਦਰੁਸਤ ਜਿਹੜਾ ਆ ਉਹ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਆਗਿਆ ਚਾਹਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।